ਸਤਿ ਸ਼੍ਰੀ ਅਕਾਲ ਜੀ। ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਖਾਸ ਪ੍ਰੋਗਰਾਮ 'ਚ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਜਿਵੇਂ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਦੇ ਤਹਿਤ ਅਸੀਂ ਇੱਕ ਸਕਾਰਾਤਮਕ ਸੰਵਾਦ ਰਚਾਉਂਦੇ ਹਾਂ ਵੱਖੋ ਵੱਖਰੀ ਸ਼ਖਸੀਅਤਾਂ ਦੇ ਨਾਲ, ਤਾਂ ਜੋ ਕਿ ਰਾਜਨੀਤੀ ਦੇ ਨਾਲ ਧਰਮ ਨੂੰ ਤੇ ਰਾਜਨੀਤੀ ਦੇ ਜਿਹੜੇ ਬਦਲ ਰਹੇ ਰੂਪ ਸਵਰੂਪ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਮ ਲੋਕਾਂ ਦੇ ਜਨਜੀਵਨ ਦੇ ਉੱਤੇ ਇਹਦਾ ਕਿਸ ਤਰੀਕੇ ਦਾ ਅਸਰ ਪੈ ਰਿਹਾ ਹੈ। ਸੋ ਅੱਜ ਸਾਡੇ ਨਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਸਾਹਿਬ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਲਾਲਪੁਰਾ ਸਾਹਿਬ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਰੀਵਾਲ ਸਾਹਿਬ। ਲਾਲਪੁਰਾ ਸਾਹਿਬ, ਹਾਲ ਹੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਕਿ ਸ਼੍ਰੋਮਣੀ ਸੰਸਥਾ ਹੈ ਸਿੱਖਾਂ ਦੀ, ਉਹਦੀ ਇਲੈਕਸ਼ਨ ਹੋ ਕੇ ਹਟੀ ਹੈ ਔਰ ਸਭ ਤੋਂ ਵੱਡਾ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੇ ਉੱਤੇ ਲਾਇਆ, ਇਹ ਕਹਿ ਕੇ ਕਿ ਮੇਨ ਸੂਤਰਧਾਰ ਤੁਸੀਂ ਸੀ ਕਿ ਬੀਬੀ ਜਗੀਰ ਕੌਰ ਹੋਰਾਂ ਨੂੰ ਬਾਗੀ ਕੀਤਾ ਗਿਆ। ਦੇਖੋ, ਜਿਹੜਾ ਇਲਜ਼ਾਮ ਲਾਵੇ ਉਹਦੇ ਕੋਲ ਕੋਈ ਨਾ ਕੋਈ ਸਬੂਤ ਵੀ ਹੋਣਾ ਚਾਹੀਦਾ, ਪਹਿਲੀ ਗੱਲ। ਦੂਜੀ ਗੱਲ, ਸੱਚਾਈ ਹੋਣੀ ਚਾਹੀਦੀ ਹੈ ਜੋ ਮੈਂ ਸਮਝਣਾ। ਮੈਂ 28 ਜੁਲਾਈ ਨੂੰ ਮੇਰਾ ਹਾਰਟ ਦੀ ਬਾਈਪਾਸ ਸਰਜਰੀ ਹੋਈ ਸੀ। ਤਕਰੀਬਨ 4 ਮਹੀਨੇ 'ਚ ਮੈਂ 2 ਵਾਰ ਪੰਜਾਬ ਗਿਆ। ਇੱਕ ਤਾਂ ਜਦੋਂ ਬੰਦੇ ਭਾਰਤ ਟ੍ਰੇਨ ਸੀ, ਉਹਨੂੰ ਝੰਡੀ ਦੇਣੀ ਸੀਗੀ ਤੇ ਉਹਨੇ ਵਾਸਤੇ 18 ਜਾਂ ਤਰੀਕ ਦੀ ਗੱਲ ਹੈ, ਅਕਤੂਬਰ ਦੀ। ਉਹ ਵੀ ਮੈਨੂੰ ਸਪੈਸ਼ਲੀ ਇੱਥੋਂ ਭੇਜਿਆ ਗਿਆ ਸੀ ਕਿਉਂਕਿ ਪਹਿਲਾਂ ਉਹ ਟ੍ਰੇਨ ਜਿਹੜੀ ਹੈ ਉਹਦਾ ਅਨੰਦਪੁਰ ਸਾਹਿਬ ਦੇ ਵਿੱਚ ਸਟੇਸ਼ਨ ਨਹੀਂ ਸੀਗਾ। ਸੋ ਮੈਂ ਪ੍ਰਧਾਨ ਮੰਤਰੀ ਜੀ ਨੂੰ, ਰੇਲਵੇ ਮਿਨਿਸਟਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਇਹ ਸਿੱਖਾਂ ਦਾ ਮੇਨ ਕੇਂਦਰ ਹੈ, ਤਾਂ ਇਸ ਕਰਕੇ ਇੱਥੇ ਰੇਲਵੇ ਸਟੇਸ਼ਨ ਬਣਾਇਆ ਜਾਵੇ। ਹਾਲਾਂਕਿ ਇਕਨੋਮਿਕਲੀ ਉਹ ਵਾਇਬਲ ਨਹੀਂ ਸੀਗਾ ਕਿਉਂਕਿ 10-15 ਦਿਨ ਉੱਥੇ ਰਸ਼ ਹੁੰਦਾ, ਬਾਕੀ ਦਿਨਾਂ 'ਚ ਜ਼ਿਆਦਾ ਸਵਾਰੀਆਂ ਨਹੀਂ ਹੁੰਦੀਆਂ। ਲੇਕਿਨ ਪ੍ਰਧਾਨ ਮੰਤਰੀ ਜੀ ਨੇ ਸਾਡੀ ਬੇਨਤੀ ਮੰਨ ਲਈ ਤੇ ਮੈਨੂੰ ਵੀ ਹੁਕਮ ਹੋਇਆ ਕਿ ਤੁਸੀਂ ਜਿਸ ਦਿਨ ਇਨਾਗੂਰੇਸ਼ਨ ਹੋਣੀ ਹੈ ਤੁਸੀਂ ਆਪ ਜਾਓ। ਮੈਂ ਰਾਤ ਨੂੰ ਗਿਆ ਸੀ ਤੇ ਸਵੇਰੇ ਉਸੇ ਟ੍ਰੇਨ 'ਚ ਵਾਪਸ ਆ ਗਿਆ। ਤੇ ਦੂਜੀ ਵਾਰੀ ਹੁਣ ਇੱਕ ਜਲੰਧਰ ਸਮਾਗਮ ਸੀ ਪ੍ਰਕਾਸ਼ ਪੁਰਬ ਦਾ, ਗੁਰੂ ਨਾਨਕ ਸਾਹਿਬ ਦਾ, ਤੇ ਉੱਥੇ ਮੈਨੂੰ ਬੁਲਾਇਆ ਸੀਗਾ ਤੇ ਮੈਂ ਉੱਥੇ ਜਾ ਕੇ ਆਇਆ। ਜਿਹੜਾ ਬੰਦਾ ਫਿਜ਼ੀਕਲੀ ਕਿਸੇ ਨੂੰ ਮਿਲਿਆ ਹੀ ਨਾ ਹੋਵੇ, ਕਿਤੇ ਪ੍ਰੈਜ਼ੈਂਟ ਨਾ ਹੋਵੇ, ਤੇ ਰਾਜਨੀਤੀ ਕਿਤੇ ਬਿਨਾਂ ਮਿਲਿਆ ਹੁੰਦੀ ਹੈ। ਪਰ ਇਸ ਜ਼ਮਾਨੇ ਦੇ ਵਿੱਚ ਕਮਿਊਨੀਕੇਸ਼ਨ ਦੇ ਬਹੁਤ ਸਾਰੇ ਸੋਰਸਿਸ ਨੇ, ਟੈਲੀਫੋਨਿਕ ਜ਼ਰੀਆ ਵੀ ਹੈਗਾ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਔਰ ਤੁਸੀਂ ਐਵੀਡੈਂਸ ਦੀ ਗੱਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜਿਸ ਦਿਨ ਬੀਬੀ ਜਗੀਰ ਕੌਰ ਹੋਰਾਂ ਨੂੰ ਪਾਰਟੀ 'ਚੋਂ ਕੱਢਿਆ ਔਰ ਉਹਨਾਂ ਨੇ ਇੱਕ ਐਵੀਡੈਂਸ ਵੀ ਦਿੱਤਾ ਹੈ, ਵਿਰਸਾ ਸਿੰਘ ਵਲਟੋਆ ਹੋਰਾਂ ਨੇ, ਉਹਨਾਂ ਨੇ ਇੱਕ ਆਡੀਓ ਜਿਹੜੀ ਆ ਉਹ ਜਾਰੀ ਕੀਤੀ ਹੈ ਜਿਹਦੇ ਵਿੱਚ ਸਰਚਾਂਦ ਹੋਰਾਂ ਦਾ ਨਾਮ ਲਿੱਤਾ ਜਾ ਰਿਹਾ ਹੈ, ਜਿਹੜੇ ਕਿ ਆਫਰ ਕਰ ਰਹੇ SGPC ਮੈਂਬਰ ਨੂੰ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਨਾਲ ਮੁਲਾਕਾਤ ਲਾਲਪੁਰਾ ਸਾਹਿਬ ਨਾਲ ਕਰਾਈ ਜਾਵੇਗੀ, ਜੋ ਵੀ ਜ਼ਰੂਰਤਾਂ ਹੋਣਗੀਆਂ ਉਹ ਪੂਰੀਆਂ ਕੀਤੀਆਂ ਜਾਣਗੀਆਂ। ਕੀ ਉਹਦਾ ਖੰਡਨ ਕਰਦੇ ਹੋ? ਮੈਂ ਤੁਹਾਨੂੰ ਇੱਕ ਧਾਰੀਵਾਲ ਸਾਹਿਬ ਤੁਹਾਨੂੰ ਸਪਸ਼ਟ ਕਰਦਾ, ਉਹਨੂੰ ਤੁਸੀਂ ਦੁਬਾਰਾ ਸੁਣੋ। ਦੈਟ ਵਾਜ਼ ਅ ਟ੍ਰੈਪ ਬਾਈ ਸਮਵਨ। ਕੀ ਕਹਿ ਰਹੇ ਨੇ, ਜਿਹੜਾ ਸੁਰਜੀਤ ਸਿੰਘ ਪਿੱਟੇਵੱਡ ਹੈ ਉਹ ਵੀ ਮਜੀਠੀਆ ਦਾ ਰਹਿਣ ਵਾਲਾ ਹੈ ਤੇ ਸਰਚਾਂਦ ਬਿਕਰਮ ਸਿੰਘ ਮਜੀਠੀਆ ਜੀ ਦਾ PA ਰਿਹਾ ਬਹੁਤ ਦੇਰ। ਔਰ ਅੱਜ ਵੀ ਤੱਕ ਵੀ ਉਹਨਾਂ ਦੇ ਜਿਹੜਾ ਟਕਸਾਲ ਵਾਲਿਆਂ ਦਾ ਉਹ ਸਪੋਕਸ ਪਰਸਨ ਹੈ ਹਰਨਾਮ ਸਿੰਘ ਧੁੰਬਾ ਜੀ ਦਾ, ਉਹਨੂੰ ਉਹ ਬੰਦਾ ਕਹਿ ਰਿਹਾ ਕਿ ਮੈਨੂੰ ਉਹਨਾਂ ਨੂੰ ਮਿਲਾ ਦੇ। ਉਹ ਕਹਿ ਰਿਹਾ ਜੀ ਉਹਨਾਂ ਦੇ ਘਰ ਭੋਗ ਹੈ, ਕੀਰਤਨ ਹੈ, ਤੇ ਉਸ ਤੋਂ ਬਾਅਦ ਵਿਹਲੇ ਹੋਣਗੇ। ਇਹ ਤਾਂ ਪਬਲਿਕਲੀ ਅਸੀਂ ਬਹੁਤ ਸਾਰੇ ਲੋਕਾਂ ਨੂੰ ਇਨਵਾਈਟ ਕੀਤਾ। ਦੂਜੀ ਗੱਲ, ਉਹ ਕਹਿ ਰਿਹਾ ਹੈ ਕਿ ਮੇਰੇ ਕੋਲ 2-3 ਮੈਂਬਰ ਹੈ, ਪੈਸਿਆਂ ਦਾ ਕੀ ਕਰੇਗਾ? ਉਹ ਕਹਿਣ ਲੱਗਾ ਦੇਖ ਲਾਂਗੇ। ਕੌਣ ਬੰਦਾ ਕਹਿ ਰਿਹਾ? ਮੇਰਾ ਨਾਂ ਹੀ ਹੈ ਨਹੀਂ ਉਹਦੇ 'ਚ। ਸਿਰਫ ਇਸ ਗੱਲ ਤੇ ਉਹ ਬੰਦਾ ਮੈਨੂੰ ਕਹਿੰਦਾ ਕਿ ਮੈਨੂੰ ਮਿਲਾ ਦਿਓ। ਇਸ ਤਰ੍ਹਾਂ ਤਾਂ ਕਿਸੇ ਨਾਲ ਵੀ ਹੋ ਸਕਦਾ। ਮੈਨੂੰ ਸਾਡੇ ਰੋਜ਼ 100 ਬੰਦਾ ਆਉਂਦਾ ਹੈ ਤੇ ਵੀ ਮਿਲਾ ਦਿਓ। ਇਹਦੇ ਨਾਲ ਇਹ ਤਾਂ ਨਹੀਂ ਕਿ ਮੈਂ ਉਹਨੂੰ ਕਿਸੇ ਨੇ there was no offer from Sarchand on my behalf ਕਿ ਚੱਲ ਮੈਂ ਤੈਨੂੰ ਮਿਲਾਉਣਾ ਹੈ, ਇਹ ਕਰ ਉਹ ਕਰ। there is nothing। ਇਸ ਸਟੈਪ ਨੂੰ ਤੁਸੀਂ ਕਿਵੇਂ ਦੇਖਦੇ ਹੋ, ਜਿਹੜਾ ਬੀਬੀ ਜਗੀਰ ਕੌਰ ਹੋਰਾਂ ਦਾ ਪਾਰਟੀ ਤੋਂ ਬਾਗੀ ਹੋ ਕੇ ਜਿਹੜਾ ਆਪਣੇ ਆਪ ਦੇ ਤੌਰ ਦੇ ਉੱਤੇ ਖੜੇ ਹੋਣਾ ਤੇ 42 ਵੋਟਾਂ ਜਿਹੜੀਆਂ ਉਹਨਾਂ ਦੇ ਹੱਕ 'ਚ ਭੁਗਤਣੀਆਂ, ਇਹਨੂੰ ਕਿਵੇਂ ਵੇਖਦੇ ਹੋ? ਦੇਖੋ, 2 ਗੱਲਾਂ ਨੇ। ਇੱਕ ਤਾਂ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ। ਅਕਾਲੀ ਦਲ ਇੱਕ ਰਾਜਨੀਤਿਕ ਪਾਰਟੀ ਹੈ
ਤੇ ਐਸਜੀਪੀਸੀ ਇੱਕ ਧਾਰਮਿਕ ਜਥੇਬੰਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਗੁਰਦੁਆਰੇ ਦੇ ਪ੍ਰਬੰਧ ਲਈ ਬਣੀ ਹੈ। ਅਕਾਲੀ ਦਲ ਨੇ ਸਾਡੇ ਵਾਂਗੂ ਲਿਖ ਕੇ ਦਿੱਤਾ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਤਰ੍ਹਾਂ ਕਿ ਅਸੀਂ ਇੱਕ ਪੋਲੀਟੀਕਲ ਪਾਰਟੀ ਹਾਂ, ਸਾਡਾ ਧਰਮ ਨਾਲ ਕੋਈ ਸੰਬੰਧ ਨਹੀਂ। ਤੇ ਮੈਂ ਤਾਂ ਇਹ ਅਜੀਬ ਗੱਲ ਹੈ ਕਿ ਉਹ ਜਿਹੜੇ ਧਰਮ ਨਾਲ ਉਹਨਾਂ ਦਾ ਸੰਬੰਧ ਦਾ ਜਿਹੜਾ ਲਿਖ ਕੇ ਦਿੱਤਾ ਹੈ, ਫਿਰ ਉਹ ਅਕਾਲੀ ਦਲ ਦਾ ਕੈਂਡੀਡੇਟ ਅਨਾਉਂਸ ਕਰ ਰਿਹਾ। ਐਸਜੀਪੀਸੀ ਦੇ ਮੈਂਬਰਾਂ ਨੂੰ ਇਹ ਅਧਿਕਾਰ ਨਹੀਂ ਕਿ ਉਹ ਆਪਣਾ ਨੁਮਾਇੰਦਾ ਆਪ ਚੁਣਨ ਜਾਂ ਆਪਣੀ ਤਰ੍ਹਾਂ ਹੋ ਜਾਣ। ਜੇ ਇੱਕੋ ਪਾਰਟੀ ਦੇ ਦੋ ਬੰਦੇ ਖੜੇ ਹੋ ਕੇ ਇੰਟਰਨਲ ਇਲੈਕਸ਼ਨ ਲੜਨਾ ਚਾਹੁੰਦੇ ਐਸਜੀਪੀਸੀ ਦਾ, ਤੇ ਮੈਂ ਸਮਝਦਾ ਰਾਜਨੀਤਿਕ ਪਾਰਟੀਆਂ ਨੂੰ ਤਾਂ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ। ਔਰ ਮੈਂ ਤੇ ਸਾਡੀ ਪਾਰਟੀ ਇਸ ਗੱਲ ਦੀ ਮਦਈ ਹੈ ਕਿ ਸਿੱਖਾਂ ਦੇ ਕਿਸੇ ਵੀ ਧਾਰਮਿਕ ਮਸਲੇ 'ਚ, ਅਸੀਂ ਸਿੱਖ ਹੈ, ਮੈਂ ਅੰਮ੍ਰਿਤਧਾਰੀ ਸਿੰਘ ਹੈਗਾ 1962 ਤੋਂ, ਅੱਜ ਦਾ ਨਹੀਂ, ਨਵਾਂ ਨਹੀਂ, 60 ਸਾਲ ਹੋ ਗਏ। ਤੇ ਮੈਂ ਗੁਰਦੁਆਰਾ ਸਾਹਿਬ ਜਾਣਾ ਵੀ ਹੈ। ਮੇਰਾ ਇੰਟਰਸਟ ਹੈ ਜਾਤੀ ਕਿ ਜਿਹੜਾ ਜਿਸ ਤਰ੍ਹਾਂ ਦਾ ਗੁਰੂਆਂ ਦਾ ਆਸ਼ਾ ਹੈ ਉਸ ਤਰ੍ਹਾਂ ਦਾ ਪ੍ਰਚਾਰ ਸਿੱਖੀ ਦਾ ਹੋਵੇ, ਫਿਲਾਸਫੀ ਲੋਕਾਂ ਦੇ ਦਿਲਾਂ 'ਚ ਵਸਾਈ ਜਾਵੇ, ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਕੀਤਾ ਜਾਵੇ। ਲੇਕਿਨ ਜਿਵੇਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੱਕ ਐਫੀਡੇਵਿਟ ਦਿੱਤਾ ਗਿਆ ਸੀ ਪ੍ਰਧਾਨ ਵੱਲੋਂ ਕਿ ਕੋਰਟ ਦੇ ਵਿੱਚ ਕਿ ਅਸੀਂ ਤਾਂ ਗੁਰਦੁਆਰਾ ਪ੍ਰਬੰਧ ਲਈ ਆ, ਅਸੀਂ ਨਾ ਤਾਂ ਬਾਣੀ ਪੜ੍ਹਨ ਵਾਸਤੇ ਆ ਤੇ ਨਾ ਹੀ ਪ੍ਰਚਾਰ ਵਾਸਤੇ ਆ। ਸੋ ਗੁਰਦੁਆਰੇ ਦੇ ਪ੍ਰਬੰਧ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਦੇ ਵੀ ਸਿੱਖ ਹੈਗੇ ਆ, ਜੋ ਵੀ ਮੈਂਬਰ ਚੁਣੇ ਜਾਂਦੇ ਆ, ਲੋਕ ਨੁਮਾਇੰਦੇ ਆ, ਸਿੱਖਾਂ ਦੇ ਨੁਮਾਇੰਦੇ ਆ, ਉਹ ਆਪਣਾ ਨੁਮਾਇੰਦਾ ਆਪ ਚੁਣ। ਤੇ ਬੀਬੀ ਜਗੀਰ ਕੌਰ ਕਦੇ ਵੀ ਬੀਜੇਪੀ ਦੀ ਟਿਕਟ ਤੇ ਨਹੀਂ ਲੜੇ, ਕਦੇ ਬੀਬੀ ਜਗੀਰ ਕੌਰ ਨੇ ਬੀਜੇਪੀ ਜੁਆਇਨ ਨਹੀਂ ਕੀਤੀ, ਕਦੇ ਉਹਨਾਂ ਨੇ ਮੇਰੇ ਨਾਲ ਜਾਤੀ ਤਲਕਾ ਇਸ ਤਰ੍ਹਾਂ ਹੈ ਕਿ ਮੈਂ ਉੱਥੇ ਐਸਐਸਪੀ ਰਿਹਾ 4 ਸਾਲ। ਉਸ ਤੋਂ ਇਲਾਵਾ ਡਾਕਟਰ ਭੁਪਿੰਦਰਜੀਤ ਕੌਰ, ਸਾਰਗਵੀਰ ਸਿੰਘ, ਸਵਰਨਾ ਰਾਮ ਜੀ ਨਾਲ ਵੀ ਮੇਰੇ ਤਲਕਾਤ ਹੈ। ਜਿਹੜੇ ਜ਼ਿਲ੍ਹੇ 'ਚ ਵੀ ਮੈਂ ਐਸਐਸਪੀ ਰਿਹਾ, ਮੈਂ ਜੇ ਤਰਨਤਾਰਨ ਰਿਹਾ ਤੇ ਬ੍ਰਹਮਪੁਰਾ ਸਾਹਿਬ ਮੇਰੇ ਭਰਾਵਾਂ ਦੀ ਤਰ੍ਹਾਂ ਨੇ। ਆਦੇਸ਼ ਪ੍ਰਤਾਪ ਜੀ ਨਾਲ ਮੇਰੇ ਤਲਕਾਤ ਹੈ। ਉਹੀ ਗੱਲ ਕਹੀ ਜਾਂਦੀ ਹੈ, ਕਹਿੰਦੇ ਇਹ ਤਾਲੁਕਾਤ ਨੂੰ ਇਸ ਮੌਕੇ ਦੇ ਉੱਤੇ ਜਿਹੜਾ ਹੈ ਉਹ ਹੁਣ ਵਰਤ ਲਿਆ ਗਿਆ, ਖਾਸ ਤੌਰ ਦੇ ਉੱਤੇ ਜਦੋਂ PM ਨਰਿੰਦਰ ਮੋਦੀ ਹੋਰਾਂ ਨੇ ਲਾਈਵ ਹੋਣਾ ਸੀਗਾ ਸੋਸ਼ਲ ਮੀਡੀਆ ਤੋਂ, ਉਸ ਤੋਂ ਪਹਿਲਾਂ ਸਟ੍ਰੀਮਿੰਗ ਤੋਂ ਪਹਿਲਾਂ ਇੱਕ ਫੋਟੋ ਲੱਗਦੀ ਹੈ ਵਿਸ਼ੇਸ਼ ਤੌਰ ਦੇ ਉੱਤੇ। ਉਸ ਫੋਟੋ ਦੇ ਵਿੱਚ ਇਹ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ, ਨਾਲ ਬੀਬੀ ਜਗੀਰ ਕੌਰ ਹੋਰੀ ਨਜ਼ਰ ਆ ਰਹੇ ਆ। ਯਾਨੀ ਕਿ ਬੀਜੇਪੀ ਨੇ ਇੱਕ ਮੈਸੇਜ ਤਾਂ ਦਿੱਤਾ, ਥਾਪੜਾ ਤਾਂ ਦਿੱਤਾ ਵੀ ਠੀਕ ਹੈ, ਭਲੇ ਬੀਬੀ ਜਗੀਰ ਕੌਰ ਸਾਡੇ ਕੈਂਡੀਡੇਟ ਨਹੀਂ ਪਰ ਅਸੀਂ ਉਹਨਾਂ ਦੇ ਨਾਲ ਆ। ਤਾਂ ਤੁਹਾਡੇ ਕੋਲੋਂ ਇਹ ਪਤਾ ਲੱਗਾ ਧਾਰੀਵਾਲ ਸਾਹਿਬ, ਜਿਹੜੇ ਪ੍ਰਧਾਨ ਮੰਤਰੀ ਜੀ ਜਿਹੜੇ ਆ ਉਹ ਬਾਦਲ ਸਾਹਿਬ ਦੀ ਕੋਠੀ ਜਾਂਦੇ ਹੁੰਦੇ ਸੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣ ਲਈ, ਤੇ ਪੀਟੀਸੀ ਤੇ ਇਹ ਹਮੇਸ਼ਾ ਲਾਈਵ ਹੁੰਦਾ ਸੀ। ਹੁਣ ਪਿਛਲੇ ਸਮੇਂ ਤੋਂ ਦਿੱਲੀ ਦੇ ਵਿੱਚ ਕੋਈ ਵੀ ਸਿੱਖ ਆਗੂ ਇਸ ਤਰ੍ਹਾਂ ਦਾ ਨਹੀਂ ਸੀ ਕਰ ਰਿਹਾ, ਗੁਰਪੁਰਬ ਨਹੀਂ ਸੀ ਮਨਾ ਰਿਹਾ। ਮੈਨੂੰ ਤਾਂ ਜੋ ਲੋਕ ਇੱਥੇ ਕਹਿ ਰਹੇ ਸੀ, ਮੈਂ ਨਹੀਂ ਉਹਦਾ ਗਵਾਹ, ਕਿ ਪਿੱਛੇ ਤਾਂ ਫੋਟੋ ਰੱਖ ਕੇ ਗੁਰੂ ਨਾਨਕ ਦੀ ਵੀ ਗੁਰਪੁਰਬ ਮਨਾਉਣ ਦਾ ਯਤਨ ਕੀਤਾ ਗਿਆ ਕੁਝ ਲੋਕਾਂ ਵੱਲੋਂ। ਲੇਕਿਨ ਮੈਂ, ਕਿਉਂਕਿ ਮੇਰੇ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਅਸੀਂ ਹਮੇਸ਼ਾ ਹੀ ਮਨਾਉਂਦੇ ਆ। ਤੇ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਨਾ ਬੀਬੀ ਜਗੀਰ ਕੌਰ ਨੂੰ ਇਨਵਾਈਟ ਕੀਤਾ, ਨਾ ਬੀਬੀ ਜਗੀਰ ਕੌਰ ਇੱਥੇ ਆਈ, ਨਾ ਉਹਨਾਂ ਦਾ ਜ਼ਿਕਰ ਪ੍ਰਧਾਨ ਮੰਤਰੀ ਜੀ ਨੇ ਕੀਤਾ, ਬਲਕਿ ਮੈਂ ਸਟੇਜ ਤੇ ਆਇਆ ਹੀ ਨਹੀਂ। ਹਰਮੀਤ ਕਾਲਕਾ ਜੀ ਨੇ ਸਟੇਜ ਕੰਡਕਟ ਕੀਤੀ ਸੀ, ਇੰਨੀ ਕੁ ਗੱਲ ਕੀਤੀ ਕਿ ਪ੍ਰਧਾਨ ਮੰਤਰੀ ਜੀ ਸੰਬੋਧਨ ਕਰਨਗੇ। ਸੋ ਇਸ ਤੋਂ ਇਲਾਵਾ ਤਾਂ ਇੱਥੇ ਨਾ ਸਾਡਾ ਬੀਬੀ ਜਗੀਰ ਕੌਰ ਦੀ ਫੋਟੋ ਪ੍ਰਧਾਨ ਮੰਤਰੀ ਜੀ ਨਾਲ ਆ ਹੀ ਨਹੀਂ ਸਕਦੀ। ਫੇਕ ਕ੍ਰੀਏਸ਼ਨ ਨਹੀਂ, ਉਹ ਕਹਿੰਦੇ ਫੋਟੋ ਪੁਰਾਣੀ ਸੀਗੀ, ਉਹ 550ਵੇਂ ਜਿਹੜੇ ਪ੍ਰਕਾਸ਼ ਪੁਰਬ ਪ੍ਰੋਗਰਾਮ ਕੀਤੇ ਗਏ ਸੀ ਉਸ ਵੇਲੇ ਦੀ ਉਹ ਫੋਟੋ ਦੱਸੀ ਜਾਂਦੀ। ਉਹਦੇ ਨਾਲ ਬਾਦਲ ਸਾਹਿਬ ਦੀ ਫੋਟੋ ਵੀ ਹੋਏਗੀ, ਵੱਡੇ ਬਾਦਲ ਸਾਹਿਬ ਦੀ, ਉਹਦੇ ਨਾਲ ਮੇਰੇ ਖਿਆਲ ਕੈਪਟਨ ਅਮਰਿੰਦਰ ਸਿੰਘ ਦੀ। ਇਸੇ ਕਰਕੇ ਸਵਾਲ ਹੋ ਰਹੇ ਨੇ ਵੀ ਉਹ ਫੋਟੋਆਂ ਪਾਸੇ ਰਹਿ ਗਈਆਂ, ਕੱਲੀ ਉਹ ਫੋਟੋ ਹੀ ਸਾਹਮਣੇ ਕਿਉਂ ਆਈ? ਤਾਂ ਸਾਰੀਆਂ ਫੋਟੋ ਜਿੱਥੇ ਵੀ ਗਏ ਆ ਪ੍ਰਧਾਨ ਮੰਤਰੀ ਜੀ ਦਾ, ਉਹ ਇੱਕ ਜਿਹੜਾ ਜਿੰਦੇ ਵੀ ਜਿਹੜੇ ਗੁਰਪੁਰਬ ਦੀਆਂ ਸ਼ਤਾਬਦੀਆਂ ਮਨਾਈਆਂ ਗਈਆਂ, ਉਹਨਾਂ ਦੇ ਐਸਜੀਪੀਸੀ ਨੇ ਤਾਂ ਉਹਨਾਂ ਦੀ ਜਿਹੜੀ ਕਿਤਾਬ ਛਪੀ ਹੈ ਪ੍ਰਧਾਨ ਮੰਤਰੀ ਜੀ ਬਾਰੇ, ਉਹਨਾਂ ਦੇ ਵਿੱਚ ਉਹਦਾ ਜ਼ਿਕਰ ਹੈਗਾ। ਔਰ ਜਿਹੜਾ ਐਪਰੀਸੀਏਸ਼ਨ ਲੈਟਰ ਹੈ ਉਹਦੇ 'ਚ ਲਿਖਿਆ ਗਿਆ, ਜਿਹੜਾ ਸਨਮਾਨ ਪੱਤਰ ਪ੍ਰਧਾਨ ਮੰਤਰੀ ਜੀ ਨੂੰ ਦਿੱਤਾ ਗਿਆ ਸੀ, ਕਿ ਇਹ ਸਿੱਖ ਕੌਮ ਦੇ ਮਸੀਹਾ ਨੇ ਜਿਨ੍ਹਾਂ ਨੇ ਕੰਮ ਕੀਤਾ ਜਦੋਂ ਉਹ ਪ੍ਰਧਾਨ ਸੀ। ਤੇ ਉਸ ਵੇਲੇ ਉਹਨੇ ਨਾਲ ਹੋਣਾ ਤਾਂ ਇੱਕ ਨੈਚੁਰਲ ਜੀ ਗੱਲ ਹੈਗੀ ਹੈ, ਉਹਦੇ ਨਾਲ ਕੋਈ ਰਾਜਨੀਤੀ ਦਾ, ਕਿਸੇ ਧਾਰਮਿਕ ਦਖਲਅੰਦਾਜ਼ੀ ਦਾ ਔਰ ਕੋਈ ਕਿਸੇ ਕਿਸਮ ਦਾ ਸੰਬੰਧ ਨਹੀਂ। ਸਾਡੀ
ਮੈਂ ਤਾਂ ਅਜੀਬੋ ਗਰੀਬ ਇਹਨਾਂ ਦੀ ਹਾਲਤ ਦੇਖਦਾ ਬਈ ਜਿਹੜਾ ਬੰਦਾ ਕਿਸੇ ਨੂੰ ਮਿਲਿਆ ਹੀ ਨਹੀਂ, ਹਾਂਜੀ, ਉਸ ਬੰਦੇ ਤੇ ਤੁਸੀਂ ਦੋਸ਼ ਲਾ ਰਹੇ ਹੋ ਕਿ ਮੈਂ ਇੱਥੇ ਬੈਠਾ ਹੀ ਤੁਹਾਨੂੰ, ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹ ਮੈਨੂੰ ਇੰਨਾ ਤਗੜਾ ਸਮਝਦੇ ਆ ਕਿ ਸਿੱਖਾਂ 'ਚ ਮੇਰਾ ਪ੍ਰਭਾਵ ਹੈ ਕਿ ਮੇਰੇ ਕਹਿਣ ਤੇ ਕੋਈ ਵੋਟ ਪਾਏਗਾ ਜਾਂ ਮੈਂ ਸੋਚਾਂਗਾ, ਲੇਕਿਨ ਇਹ ਨਹੀਂ। ਮੇਰੀ ਆਈ ਹੈਵ ਨੈਵਰ ਇੰਟਰਫੀਅਰਡ ਇਨ ਐਨੀ ਰਿਲੀਜੀਅਸ ਮੈਟਰ। ਬਟ ਇੰਟਰਫੇਰੈਂਸ ਤਾਂ ਨਹੀਂ ਹੈਗੀ। ਕੀ ਇੰਟਰਸਟ ਹੈ ਤੁਹਾਡਾ ਐਸਜੀਪੀਸੀ ਦੇ ਵਿੱਚ? ਤੁਸੀਂ ਚਾਹੁੰਦੇ ਹੋ ਬਤੌਰ ਇੱਕ ਸਿੱਖ ਕਿ ਇਹਦਾ ਕੰਮ ਜਿਹੜਾ ਹੋਰ ਸੁਚਾਰੂ ਤਰੀਕੇ ਨਾਲ ਹੋ ਸਕੇ? ਮੈਂ ਐਜ਼ ਅ ਸਿੱਖ ਮੈਂ ਚਾਹੁੰਦਾ ਕਿ ਮੇਰੀ ਧਾਰਮਿਕ ਜਥੇਬੰਦੀ ਦੇ ਵਿੱਚ ਸਿੱਖ ਬਤੌਰ ਸਿੱਖ ਇਕੱਠੇ ਹੋਣ। ਮੈਂ ਚੀਫ ਖਾਲਸਾ ਦੀਵਾਨ ਦੀ ਐਗਜ਼ੈਕਟਿਵ ਦਾ ਮੈਂਬਰ ਹਾਂ, 1902 ਤੋਂ ਬਣਿਆ। ਜਿਹੜਾ ਅਦਾਰਾ ਹੈ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਲੋਕ, ਉੱਥੇ ਅਕਾਲੀ ਵੀ ਹੈਗੇ ਰਾਜ ਮਹਿੰਦਰ ਸਿੰਘ ਮਜੀਠਾ ਜੀ, ਉੱਥੇ ਕਾਂਗਰਸੀ ਵੀ ਹੈਗੇ ਸਵਿੰਦਰ ਸਿੰਘ ਜੀ ਕੱਥੂ ਨੰਗਲ, ਉੱਥੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜੇ ਅੱਜ ਕੱਲ੍ਹ ਪ੍ਰਧਾਨ ਹੈਗੇ ਡਾਕਟਰ ਇੰਦਰਵੀਰ ਨਿੱਜਰ, ਉਹ ਵੀ ਹੈਗੇ ਆ, ਉਹਦੇ 'ਚ ਮੈਂ ਵੀ ਹੈਗਾ। ਮੇਰੇ ਤੋਂ ਇਲਾਵਾ ਅਸੀਂ ਸਾਰੇ ਇਕੱਠੇ ਬਹਿੰਦੇ ਹਾਂ, ਬਹਿ ਕੇ ਡਿਸਕਸ ਕਰਦੇ ਹਾਂ ਕਿ ਕਿਸ ਤਰ੍ਹਾਂ ਚੀਫ ਖਾਲਸਾ ਦੀਵਾਨ ਦਾ ਕੰਮ ਹੋਣਾ ਚਾਹੀਦਾ। ਅਸੀਂ ਸਾਰੇ ਸਿੱਖ ਹੈ, ਆਪ ਜੀ ਵੀ ਸਿੱਖ ਹੋ, ਮੈਂ ਵੀ ਸਿੱਖ ਹੈਗੇ ਆ, ਕਾਂਗਰਸੀ ਵੀ ਸਿੱਖ ਹੈਗੇ ਆ। ਜਿਹੜੇ ਸਿੱਖ ਹੈ ਸਾਡੀ ਸਿੱਖਾਂ ਦੀ ਮਾਂ ਹੈ, ਸਾਡਾ ਸਿੱਖਾਂ ਦਾ ਪਿਤਾ ਆ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਅਸੀਂ ਤਾਂ ਗੁਰੂ ਨਾਲ ਜੁੜੇ ਹੋਏ ਆ, ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਹੋਏ ਆ। ਅਸੀਂ ਚਾਹੁੰਦੇ ਆ ਕਿ ਇਹ ਸਿੱਖੀ ਜਿਹੜੀ ਹੈ ਇਹ ਵਿਸ਼ਵ ਧਰਮ ਹੈ, ਇਟਸ ਅ ਰਿਲੀਜਨ ਆਫ ਦਾ ਵਰਲਡ। ਇਹ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਵਿਸ਼ਵ ਗ੍ਰੰਥ ਹੈ, ਇਹਦੇ 'ਚ ਸਾਰੇ ਧਰਮਾਂ ਦੇ ਜਿਹੜੇ ਹੈ ਧਾਰਮਿਕ ਆਗੂ ਉਹਨਾਂ ਦੀ ਬਾਣੀ ਦਰਜ ਹੈ, ਸਾਰੀਆਂ ਜਾਤਾਂ ਦੀ ਬਾਣੀ ਦਰਜ ਹੈ। ਐਸਾ ਫਲਸਫਾ ਇਹ ਹਰ ਜਗ੍ਹਾ ਜਿੱਥੇ ਪ੍ਰੇਮ ਦਾ ਮਾਰਗ ਹੈ, ਸਾਚ ਕਹੋ ਸੁਣ ਲੈ ਸਭੈ ਜਨ ਪ੍ਰੇਮ ਕੀਓ ਤੈਨੀ ਪ੍ਰਭ ਪਾਇਓ, ਇਹ ਦੁਨੀਆ ਭਰ 'ਚ ਜਾਣਾ ਚਾਹੀਦਾ। ਦੁਨੀਆ ਦੇ ਬੜੇ ਵੱਡੇ ਰਾਈਟਰਾਂ ਨੇ ਲਿਖਿਆ ਕਿ ਭਾਈ ਜੇ ਇਹ ਵਿਸ਼ਵ ਧਰਮ ਹੈ, ਜੇ ਦੁਨੀਆ ਦੇ ਵਿੱਚ ਕਦੇ ਤੀਜੀ ਵਰਲਡ ਵਾਰ ਹੋਈ ਉਹਦੇ ਬਾਅਦ ਜੋ ਕੋਈ ਬੰਦਾ ਬਚੇਗਾ, ਜੇ ਉਹਨੂੰ ਕੋਈ ਧਰਮ ਪ੍ਰਭਾਵਿਤ ਕਰ ਸਕੇਗਾ, ਮਦਦ ਕਰ ਸਕੇਗਾ, ਤੇ ਸਿੱਖੀਜ਼ਮ ਹੈ। ਲੇਕਿਨ ਉਹ ਸਿੱਖੀਜ਼ਮ ਨੂੰ ਅੱਗੇ ਵਧਾਉਣਾ ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਮੈਂ ਤਾਂ ਲੇਖਕ ਹਾਂ, ਸਮਰਪਿਤ ਹੈਗਾ। ਮੈਂ ਐਸਜੀਪੀਸੀ ਦਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਧੰਨਵਾਦੀ ਹਾਂ ਕਿ ਮੈਨੂੰ 2006 ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਂਦਿਆਂ ਸ਼੍ਰੋਮਣੀ ਸਿੱਖ ਸਾਹਿਤਕਾਰ ਦੇ ਅਵਾਰਡ ਨਾਲ ਇਹਨਾਂ ਨੇ ਤਰਨਤਾਰਨ ਵਿੱਚ ਨਵਾਜਿਆ ਸੀ। ਔਰ ਉੱਥੇ ਮੇਰੇ ਨਾਲ ਭਾਈ ਵੀਰ ਸਿੰਘ ਹੋਰੀ ਤੇ ਦੂਜਿਆਂ ਦਾ ਵੀ ਨੂੰ ਮਿਲਿਆ, ਤੇ ਉਦੋਂ ਮੈਂ ਸਰਵਿਸ ਸੀਗਾ ਐਜ਼ ਏ ਪੁਲਿਸ ਅਫਸਰ। ਜਦੋਂ ਪੁਲਿਸ ਅਫਸਰਾਂ ਤੇ ਦੋਸ਼ ਲੱਗਦੇ ਸੀ ਤੇ ਮੈਂ ਪਹਿਲੇ ਹੀ ਸਿੱਖ ਹੈ ਜਦੋਂ ਐਸਜੀਪੀਸੀ ਨੇ ਸਨਮਾਨਿਤ ਕੀਤਾ ਡਿਊਰਿੰਗ ਦਿਸ ਪੀਰੀਅਡ, ਤੇ ਮੈਂ ਤਾਂ ਉਹਨਾਂ ਦਾ ਧੰਨਵਾਦੀ ਹੈਗਾ। ਨਾਲੇ ਉਹ ਸਿੱਖ ਤੁਸੀਂ ਦੱਸ ਰਹੇ ਹੋ ਵੀ ਜਿਹਨੇ ਸਨਮਾਨਿਤ ਕੀਤਾ, ਉਹੀ ਸਿੱਖ ਜਿਹਨੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੋਵੇ, ਅਰੈਸਟ ਕੀਤਾ ਹੋਵੇ। ਹਾਂਜੀ, ਇੱਕ ਨੌਕਰੀ ਦਾ ਹਿੱਸਾ ਹੈ। ਗ੍ਰਿਫਤਾਰੀ ਵਾਰੰਟ ਸਰਵ ਕਰਨਾ ਮੇਰੀ ਜ਼ਿੰਮੇਵਾਰੀ ਸੀਗੀ, ਔਰ ਉਹਨਾਂ ਨੇ ਮੈਂ ਦਿਸ ਇਜ਼ ਨਥਿੰਗ ਡਿਨਾਈਂਗ, ਕੋਈ ਝੂਠ ਨਹੀਂ ਹੈਗਾ, ਇਹ ਸੱਚ ਹੈ ਕਿ ਮੈਂ ਸਾਰ ਜਰਨੈਲ ਸਿੰਘ ਤੇ ਬਾਜ ਸਿੰਘ ਭੁੱਲਰ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਮਹਿਤਾ ਚੌਕ ਤੋਂ ਲੁਧਿਆਣੇ ਬੱਸੀਆਂ ਰੈਸਟ ਹਾਊਸ ਲੈ ਕੇ ਆਏ ਸੀ। ਤੁਸੀਂ ਜਰਨੈਲ ਸਿੰਘ ਹੋਰਾਂ ਨੂੰ ਸੰਤ ਮੰਨਦੇ ਹੋ? ਸਿੱਖ ਕੌਮ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲ ਸੰਬੋਧਿਤ ਹੁੰਦੀ? ਦੇਖੋ, ਇਹ ਮੇਰੇ ਕੋਈ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਸੰਤ ਜਾਂ ਅਸੰਤ ਕਹਿਣ 'ਚ। ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਉਸ ਵੇਲੇ ਦੇ ਜਿਹੜਾ ਤੁਸੀਂ ਰਾਜੀਵ ਗਾਂਧੀ ਜੀ ਹੈਗੇ ਆ, ਉਹਨਾਂ ਦੇ ਬਿਆਨ ਪੜ੍ਹ ਲਓ। ਮੇਰੇ ਤੋਂ ਕੁਝ ਕਹਿਣ ਦੀ ਲੋੜ ਨਹੀਂ। ਵਾਈ ਸ਼ੁੱਡ ਆਈ ਗਿਵ ਅ ਸਰਟੀਫਿਕੇਟ ਟੂ ਐਨੀਬਾਡੀ? ਪਰ ਤੁਸੀਂ ਇੱਕ ਸਿੱਖ ਹੋ, ਪੰਜਾਬ ਦੇ ਨਾਲ ਵਾਬਸਤਾ ਰੱਖਦੇ ਹੋ, ਖਾਲਸੇ ਦੀ ਧਰਤੀ ਤੋਂ ਆਉਂਦੇ ਹੋ। ਦੇਖੋ, ਗੱਲ ਇਹ ਹੈ ਕਿ ਉਹ ਧਰਮ ਪ੍ਰਚਾਰ ਦੇ ਵਿੱਚ ਸਿੱਖੀਜ਼ਮ ਦੇ ਪ੍ਰਚਾਰ ਲਈ ਟਕਸਾਲ ਬਣੀ ਸੀ, ਟਕਸਾਲ ਦੇ ਉਹ ਮੁਖੀ ਸੀਗੇ, ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਧਰਮ ਪ੍ਰਚਾਰ ਲਈ, ਇਕੱਲੀ ਨਹੀਂ। ਉਸ ਤੋਂ ਪਹਿਲਾਂ ਵੀ ਗਿਆਨੀ ਕਰਤਾਰ ਸਿੰਘ ਵੀ ਜਿਹੜੇ ਆ ਇਹ ਆਪਣੇ ਨਾਮ ਦੇ ਨਾਲ ਸੰਤ ਸ਼ਬਦ ਨਹੀਂ ਯੂਜ਼ ਕਰਦੇ, ਜਿਹੜੇ ਗਿਆਨੀ ਸ਼ਬਦ ਯੂਜ਼ ਕਰਦੇ। ਗਿਆਨੀ ਗੁਰਬਚਨ ਸਿੰਘ ਵੀ ਪਹਿਲਾਂ ਜਿਹੜੇ ਆ ਉਹਨਾਂ ਦੇ ਮੇਰੇ ਤਕਰੀਬਨ ਸਭ ਨਾਲ ਅੱਛੇ ਸੰਬੰਧ ਰਹੇ, ਕਿਉਂਕਿ ਮੈਂ ਬਚਪਨ ਤੋਂ ਧਾਰਮਿਕ ਵਿਰਤੀ ਦਾ ਹਾਂ, ਤੇ ਮੇਰੇ ਫਾਦਰ ਵੀ ਜਿਹੜੇ ਆ ਉਹ ਵੀ ਅੰਮ੍ਰਿਤਧਾਰੀ ਸਿੰਘ ਸੀਗੇ, ਤੋਂ ਅਸੀਂ ਸਾਰਾ ਪਰਿਵਾਰ ਹੀ ਅੰਮ੍ਰਿਤਧਾਰੀਆਂ ਦਾ ਸੀਗਾ। ਅਸੀਂ ਕੋਈ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਕਾਰਗੁਜ਼ਾਰੀ ਨੂੰ, ਉਹਨਾਂ ਦਾ ਜਿਹੜਾ ਕੰਮ ਸੀ, ਉਹਨੂੰ ਇੱਕ ਬਤੌਰ ਪੁਲਿਸ ਅਫਸਰ ਤੁਸੀਂ ਕਿਵੇਂ ਵੇਖਿਆ? ਦੇਖੋ, ਮੈਂ ਜੇ ਸੱਚ ਕਹਾਂ
ਤੇ ਗੱਲ ਇਹ ਹੈ ਕਿ 1978 ਦਾ ਜਿਹੜਾ ਨਾ ਇਹ ਜਿਹੜੀ ਦਮਦਮੀ ਟਕਸਾਲ ਹੈ, ਟਕਸਾਲ ਦਾ ਮਤਲਬ ਹੀ ਯੂਨੀਵਰਸਿਟੀ ਹੈ, ਦਮਦਮੀ ਦਾ ਮਤਲਬ ਹੈ ਚਲਦੀ ਫਿਰਦੀ। ਜਿਹੜੀ ਚਲਦੀ ਫਿਰਦੀ ਸਿੱਖਾਂ ਦੀ ਯੂਨੀਵਰਸਿਟੀ ਸੀਗੀ, ਔਰ ਉਹਦੇ ਚ ਉਹਨਾਂ ਨੇ ਧਰਮ ਪ੍ਰਚਾਰ ਉਹ ਕਰਦੇ ਸੀਗੇ। ਨਿਰੰਕਾਰੀ ਕਲੈਸ਼ ਹੋਇਆ, ਕਿਉਂ ਹੋਇਆ, ਕਿਹੜੇ ਹਾਲਾਤਾਂ ਦਾ ਹੋਇਆ, ਕੌਣ ਬੰਦਾ ਜ਼ਿੰਮੇਵਾਰ ਹੈ, ਕਿਉਂ ਵਿਸਾਖੀ ਵਾਲੇ ਦਿਨ ਆਗਿਆ ਦਿੱਤੀ ਗਈ ਅਨੰਦਪੁਰ ਸਾਹਿਬ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਮਾਗਮ ਕਰਨਾ। ਇਹ ਇੱਕ ਹਿਸਟਰੀ ਨੂੰ ਜਾਣਨ ਦੀ ਲੋੜ ਹੈਗੀ ਆ। ਔਰ ਉਸ ਤੋਂ ਬਾਅਦ ਜਿਹੜੇ 1900 ਕੇਸ ਜਿਹੜਾ 78 ਵਾਲਾ ਨਿਰੰਕਾਰੀ ਕੇਸ, ਉਹ ਕਿਵੇਂ ਕਰਨਾਲ ਬਰੀ ਕਰ ਦਿੱਤਾ ਸੈਸ਼ਨ ਜੱਜ ਨੇ, ਫਿਰ ਉਹਦੀ ਕਿਉਂ ਅਪੀਲ ਨਹੀਂ ਪਈ, ਇਹ ਸਾਰਾ ਰਾਜਨੀਤੀ ਦਾ ਹਿੱਸਾ ਹੈ। ਜਿਹੜਾ ਰਾਜਨੀਤੀ ਪਲੇਡ ਏ ਮੇਜਰ ਰੋਲ, ਉਹਦੇ ਵਿੱਚ ਕਈ ਲੋਕ ਜਿਹੜੇ ਆ, ਫਿਰ ਜਦੋਂ ਕਹਿੰਦੇ ਤੰਗ ਆਦਮ ਭੁਜੰਗ ਆਮਦ, ਉਹ ਲੋੜ ਨਹੀਂ ਸੀ। ਜੇ ਉਹਨਾਂ ਨੇ ਜਦੋਂ ਉਹਨਾਂ ਨੂੰ ਅਦਾਲਤ ਚੋਂ ਇਨਸਾਫ ਨਹੀਂ ਮਿਲਿਆ, ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ, ਤੇ ਬਹੁਤ ਸਾਰੇ ਲੋਕਾਂ ਨੇ ਹਥਿਆਰ ਚੁੱਕ ਲਏ। ਤੁਹਾਡੇ ਸਮੇਂ ਦੇ ਉਸ ਵੇਲੇ ਦੇ ਪੁਲਿਸ ਆਫੀਸਰ ਜਿਹੜੇ ਹੁਣ ਸਿਆਸਤਦਾਨ ਵੀ ਨੇ, ਹਾਲ ਹੀ ਦੇ ਵਿੱਚ ਸੰਗਰੂਰ ਤੋਂ MP ਵੀ ਬਣੇ ਨੇ, ਸਿਮਰਨਜੀਤ ਸਿੰਘ ਮਾਨ, ਉਹ ਉਹਨਾਂ ਨੂੰ ਸੰਤ ਕਹਿ ਕੇ ਸੰਬੋਧਿਤ ਹੁੰਦੇ ਆ, ਔਰ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਆ, ਆਈਡਲ ਵੀ ਮੰਨਦੇ ਆ, ਉਹ ਉਹਨਾਂ ਦੀ ਤਾਇਦ ਵੀ ਕਰਦੇ ਆ। ਦੇਖੋ, ਮਾਨ ਸਾਹਿਬ ਦਾ ਆਪਣਾ ਇੱਕ ਹੈਗਾ, ਮੈਂ ਕੋਈ ਉਹਨਾਂ ਦੇ ਸੰਤਾਂ ਦੀ ਜਿਹੜੀ ਹੈ, ਇਹਨੂੰ ਮੈਂ ਸੰਤ ਜਰਨੈਲ ਸਿੰਘ ਉਹਨਾਂ ਦੀ ਕੋਈ ਇਹ ਨਹੀਂ ਕਹਿ ਰਿਹਾ ਕਿ ਉਹ ਮਾੜਾ ਜਿਹੜਾ ਹੈ ਜਾਂ ਉਹਨਾਂ ਦੇ ਖਿਲਾਫ ਨਹੀਂ ਕੁਝ ਕਹਿ ਰਿਹਾ। ਮੈਂ ਤਾਂ ਇੱਕ ਸਮੇਂ ਦੇ ਹਾਲਾਤ ਦੱਸ ਰਿਹਾ, ਤਾਂ ਇੰਡੀਵਿਜੂਅਲੀ ਹੈਗੀ ਹੈ। ਜਿਹੜੇ ਉਸ ਸਮੇਂ ਦੇ ਹਾਲਾਤ ਸੀਗੇ, ਜਿਸ ਤੁਸੀਂ 1978 ਦੀ ਗੱਲ ਕੀਤੀ ਹੈ, ਨਿਰੰਕਾਰੀ ਕਲੈਸ਼ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਜਗਤ ਨਾਰਾਇਣ ਹੋਰਾਂ ਦਾ ਕਤਲ, ਉਸ ਤੋਂ ਬਾਅਦ ਜੋ ਕੁਝ ਹੁੰਦਾ ਗਿਆ 93 ਤੱਕ, ਤੁਸੀਂ ਸਾਰਿਆਂ ਨੇ ਉਹ ਕੁਝ ਦੇਖਿਆ। ਪੰਜਾਬ ਨੇ ਹੰਢਾਇਆ ਵੀ ਹੈ ਤੇ ਬਹੁਤ ਕੁਝ ਪੰਜਾਬ ਨੇ ਗਵਾਇਆ ਵੀ ਉਸ ਦੇ ਵਿੱਚ। ਜਿਹੜੇ ਅੱਜ ਦੇ ਪੰਜਾਬ ਦੇ ਹਾਲਾਤ ਹੈ, ਕੀ ਤੁਸੀਂ ਦੇਖਦੇ ਹੋ ਕਿ ਉਹ ਇੱਕ ਤਰੀਕੇ ਦਾ ਉਹੋ ਜਿਹਾ ਹੀ ਪਰਛਾਵਾਂ ਹੈ, ਜਿਵੇਂ ਹੁਣ ਅੰਮ੍ਰਿਤਸਰ ਦੇ ਵਿੱਚ ਕਤਲ ਹੋਇਆ, ਫਿਰ ਉਸ ਤੋਂ ਬਾਅਦ ਜੋ ਹੁਣ ਡੇਰਾ ਪ੍ਰੇਮੀ ਦਾ ਉੱਥੇ ਕਤਲ ਹੋਇਆ, ਇਹ ਵੀ ਹਾਲਾਤ ਜਾਂ ਮਾਹੌਲ ਉਸ ਤਰੀਕੇ ਦਾ ਬਣਦਾ ਜਾ ਰਿਹਾ? ਦੇਖੋ, ਹਾਲਾਤ ਪੰਜਾਬ ਦੇ ਚਿੰਤਾਜਨਕ ਹੈ। ਲਾਅ ਐਂਡ ਆਰਡਰ ਦੀ ਕੋਈ ਬੰਦਾ ਜਦੋਂ ਤੱਕ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਵਿਅਕਤੀ ਨੂੰ ਪ੍ਰੋਟੈਕਸ਼ਨ ਦੇਵੇ, ਜਿੱਥੇ ਉਹ ਆਪਣਾ ਕਾਰੋਬਾਰ ਕਰ ਸਕੇ, ਜੀਵਨ ਜੀ ਸਕੇ। ਅੱਜ ਪੰਜਾਬ ਦੇ ਵਿੱਚ ਕੋਈ ਬੰਦਾ ਸੇਫ ਮਹਿਸੂਸ ਨਹੀਂ ਕਰਦਾ। ਇਹ ਤੋਂ ਦੂਜੀ ਗੱਲ ਹੈ ਕਿ ਜਿਹੜਾ ਹੁਣ ਨਵਾਂ ਪ੍ਰੋਜੈਕਟ ਆ ਗਿਆ ਢੰਗ, ਕਿ ਗੈਂਗਸਟਰ ਕਲੇਮ ਕਰਦੇ ਆ ਬਾਹਰ ਬੈਠੇ ਕਿ ਅਸੀਂ ਇਸ ਬੰਦੇ ਨੂੰ ਮਾਰਿਆ, ਕਤਲ ਕੀਤਾ। ਜਿਹੜਾ ਜੀਣ ਦਾ ਹੱਕ ਤਾਂ ਕੋਈ ਲੈ ਨਹੀਂ ਸਕਦਾ, ਰਾਈਟ ਟੂ ਲਿਵ ਆਰਟੀਕਲ ਜਿਹੜਾ ਸੰਵਿਧਾਨ ਨੇ ਸਾਨੂੰ ਦਿੱਤਾ ਜੀ। ਤੇ ਇਹ ਜਿਹੜੀ ਚੀਜ਼ ਹੈ, ਇਹ ਬੜੀ ਚਿੰਤਾਜਨਕ ਹੈਗੀ ਆ। ਔਰ ਰੋਜ਼ ਕਤਲ ਹੋਣੇ, ਰੋਜ਼ ਈਵਨ ਮੇਰੇ ਤਾਂ ਜਿਹੜਾ ਪੁਲਿਸ ਸਟੇਸ਼ਨ ਹੈਗਾ ਨੂਰਪੁਰ ਬੇਦੀ, ਉਹਦਾ ਚੌਕੀ ਕਲਵਾਂ ਦੇ ਵਿੱਚ ਤੇ ਥਾਣੇ ਦੇ ਵਿੱਚ ਹੀ ਬਲਾਸਟ ਹੋ ਗਿਆ, ਚੌਕੀ ਦੇ ਵਿੱਚ ਹੀ ਬਲਾਸਟ ਹੋ ਗਿਆ। ਸੋ ਵੈਰੀ ਵੈਰੀ ਜਿਹੜੀ ਹੈ ਨਾ ਸੀਰੀਅਸ ਪ੍ਰੋਬਲਮ ਹੈ, ਜਿਹਦੇ 'ਚ ਭਗਵੰਤ ਮਾਨ ਜੀ ਨੂੰ ਤੇ ਉਹਨਾਂ ਦੀ ਪੁਲਿਸ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੰਨੀ ਬੜੀ ਵੱਡੀ ਫੋਰਸ ਹੈ, 1 ਲੱਖ ਫੋਰਸ ਹੈ, ਕਿ ਪੰਜਾਬ ਦੇ ਵਿੱਚ ਅਮਨ ਬਹਾਲ ਕਰੇ। ਇਹ ਉਹੀ ਪੰਜਾਬ ਪੁਲਿਸ ਹੈ ਜਿਹਨੇ ਵੱਡੇ ਵੱਡੇ ਕੰਮ ਕੀਤੇ, ਜਿਹਦੀ ਦਾਤ ਸਿਨੇਮਾ ਦੇ ਜ਼ਰੀਏ, ਹੋਰ ਨਾਟਕਾਂ ਦੇ ਜ਼ਰੀਏ, ਜਾਂ ਫਿਰ ਵੈਸੇ ਬਾਕੀ ਪੁਲਿਸ ਆਫੀਸਰਸ ਨੂੰ ਦਿੱਤੀ ਜਾਂਦੀ ਹੈ, ਕਿ ਜਿਹਨੇ ਇੱਕ ਇੱਦਾਂ ਦਾ ਮਤਲਬ ਜਦੋਂ ਮਾਹੌਲ ਸੀ, ਲੱਗਦਾ ਸੀਗਾ ਕਿ ਇਹ ਦੌਰ ਪੰਜਾਬ 'ਚੋਂ ਖਤਮ ਨਹੀਂ ਹੋ ਸਕਦਾ, ਮਿਲੀਟੈਂਸੀ ਦੇ ਦੌਰ ਨਾਲ ਨਜਿੱਠਿਆ, ਉਸ ਨੂੰ ਸਾਰਿਆਂ ਨੇ ਕੰਟਰੋਲ ਕੀਤਾ। ਪਰ ਇਹ ਜਿਹੜੀਆਂ ਘਟਨਾਵਾਂ, ਛੋਟੀਆਂ ਘਟਨਾਵਾਂ ਜਿਹੜੀਆਂ ਸੀਗੀਆਂ, ਉਸ ਤੋਂ ਬਾਅਦ ਇਹ ਕਤਲਾਂ ਤੱਕ ਪਹੁੰਚ ਗਈਆਂ, ਜਿਹੜੀ ਲੁੱਟ ਖਸੁੱਟ ਤੋਂ ਸ਼ੁਰੂ ਹੋਈਆਂ, ਛੋਟੀਆਂ ਤੋਂ ਭਾਵ ਮਤਲਬ ਪੰਜਾਬ ਪੁਲਿਸ ਦੀ ਕੋਈ ਕਮਜ਼ੋਰੀ ਹੈ ਜਾਂ ਕੋਈ ਪੋਲੀਟੀਕਲ ਵਿਲ ਦੀ ਕਮਜ਼ੋਰੀ ਹੈ ਇਹਦੇ ਅੰਦਰ? ਦੇਖੋ, ਰਾਜਨੀਤੀ ਜੇ ਫੈਸਲਾ ਜਿਹੜਾ ਅੰਡਰ ਦੀ CRPC, SHO is responsible for prevention and detection of the crime in his area, ਤੇ ਜੇ ਉਹਨੇ ਪੁੱਛਣਾ ਹੀ MLA ਤੋਂ ਹੈ ਜਾਂ ਪੁੱਛਣਾ ਫੈਸਲਾ ਮੁੱਖ ਮੰਤਰੀ ਨੇ ਕਰਨਾ ਹੈ, ਤੇ ਅਮਨ ਕਾਨੂੰਨ ਕਿੱਥੇ ਬਹਾਲ ਰਹੇਗਾ? ਜਿਹੜਾ ਲੋਕਲ ਲੈਵਲ ਹੈਗਾ, ਅਫਸਰ ਹੈਗਾ, SSP ਹੈਗੇ ਹੈ, ਦੇ ਸ਼ੁੱਡ ਬੀ ਹੈਲਡ ਰਿਸਪੌਂਸਿਬਲ ਫॉर ਦੀ ਲਾਅ ਐਂਡ ਆਰਡਰ। ਹਾਂਜੀ, ਔਰ ਉਹਨਾਂ ਨੂੰ ਡਿਕਟੇਸ਼ਨ ਦੀ ਲੋੜ ਨਹੀਂ, ਦੇ ਸ਼ੁੱਡ ਟੇਕ ਦੇਅਰ ਓਨ ਡਿਸੀਜਨ, ਔਰ ਜੋ ਵੀ ਹਾਲਾਤ ਹੈ ਉਹਦੇ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਹੈ। ਜੇ ਹੁਣ ਪੁਲਿਸ ਵਾਲਾ ਵੀ ਕਵੇ ਕਿ ਮੈਂ ਮੁੱਖ ਮੰਤਰੀ ਜੀ ਦੇ ਆਦੇਸ਼ ਅਨੁਸਾਰ ਇਹ ਕਰ ਰਿਹਾ ਹੈ, ਤੇ ਮੈਂ ਸਮਝਦਾ ਵੀ ਉਹ ਆਪਣੇ ਆਪ ਨੂੰ ਕਮਜ਼ੋਰ ਹੈ, ਜਿਹੜਾ ਇਹ ਨਹੀਂ ਕਹਿ ਰਿਹਾ ਕਿ ਮੈਂ ਕੋਈ ਡਿਸੀਜਨ ਲੈ ਰਿਹਾ, ਔਰ ਹੀ ਸ਼ੁੱਡ ਟੇਕ ਦੀ ਡਿਸੀਜਨ। ਕਾਰੇ ਪੰਜਾਬ 'ਚ ਹੋ ਰਿਹਾ, ਆਰੇ ਦਿੱਲੀ ਦਾ ਸਪੈਸ਼ਲ ਸੈੱਲ ਲਾ ਰਿਹਾ, ਇਹ ਕੀ ਮਤਲਬ? ਦੇਖੋ,
ਇਹ ਇਹਨਾਂ ਦੀ ਕਾਰਜਸ਼ੈਲੀ ਅੱਛੀ ਹੈ, ਇਨਫੋਰਮੇਸ਼ਨ ਦਾ ਚੈਨਲ ਅੱਛਾ ਹੈ, ਔਰ ਪੰਜਾਬ ਪੁਲਿਸ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਉਹਨਾਂ 'ਚ ਕਿੱਥੇ ਕਮਜ਼ੋਰੀ ਹੈ ਕਿ ਕ੍ਰਾਈਮ ਪੰਜਾਬ 'ਚ ਹੋ ਰਿਹਾ ਤੇ ਡਿਟੈਕਸ਼ਨ ਜਿਹੜੀ ਆ ਉਹ ਦਿੱਲੀ ਪੁਲਿਸ ਕਰ ਰਹੀ ਹੈ। ਜਦੋਂ ਆਲ ਇੰਡੀਆ ਪੁਲਿਸ ਦੀ ਗੱਲ ਹੁੰਦੀ ਹੈ, ਇੱਕ ਪੁਲਿਸ ਦੀ ਗੱਲ ਹੁੰਦੀ ਹੈ, ਤਾਂ ਲੱਗਦਾ ਨਹੀਂ ਕਿ ਇੱਕ ਆਪਸ ਦੇ ਵਿੱਚ ਦੋਵਾਂ ਨੂੰ ਜੇਕਰ ਇਹਨਾਂ ਦੇ ਅੱਛੇ ਸੋਰਸ ਨੇ ਤਾਂ ਉਹ ਸ਼ੇਅਰ ਕਰਨੇ ਚਾਹੀਦੇ ਨੇ ਤਾਂ ਜੋ ਕਿ ਉਸ ਰਾਜ ਦੀ ਪੁਲਿਸ ਨੂੰ ਅੱਗੇ ਕੋਈ ਇਹੋ ਜਿਹਾ ਮਾਮਲਾ ਨਾ ਆਵੇ, ਉਹਨੂੰ ਬਿਹਤਰ ਪਹਿਲਾਂ ਤੋਂ ਨਜਿੱਠ ਸਕਣ। ਦੇਖੋ ਜਿਹੜੀ ਸਾਡੇ ਇੱਕ ਚੈਨਲ ਹੈਗਾ ਜਿਹਦੇ 'ਚ ਇਨਫੋਰਮੇਸ਼ਨ ਸ਼ੇਅਰ ਹੁੰਦੀ ਹੈ ਤੇ ਉਹ ਕੋਈ ਐਸੀ ਗੱਲ ਨਹੀਂ ਹੈਗੀ, ਸਾਰੀਆਂ ਫੋਰਸਿਸ ਦੇ ਨੂੰ ਦੇ ਇੱਕ ਚੈਨਲ ਬਣਿਆ ਹੋਇਆ, ਇਹ ਸਾਰੀ ਇਨਫੋਰਮੇਸ਼ਨ ਇੱਕ ਦੂਜੇ ਨਾਲ ਸ਼ੇਅਰ ਹੁੰਦੀ ਹੈ। ਜੇ ਦਿੱਲੀ ਪੁਲਿਸ ਨੇ ਵੀ ਰੇਡ ਕੀਤਾ ਤੇ ਉਹ ਥਾਣੇ ਦੱਸ ਕੇ ਆਏ ਆ ਕਿ ਅਸੀਂ ਬਈ ਆ ਲੈ ਚੱਲੇ ਆ, ਤੁਹਾਨੂੰ ਕੋਈ ਸ਼ੱਕ ਨਾ ਹੋਵੇ, ਚਿੰਤਾ ਨਾ ਹੋਵੇ। ਕਈ ਵਾਰੀ ਇਸ ਤਰ੍ਹਾਂ ਰੇਡ ਕਰਨਾ ਪੈਂਦਾ ਕਿ ਮੈਂ ਤਾਂ ਆਪ ਪੁਲਿਸ ਅਫਸਰ ਆ ਕਿ ਜੇ ਅਸੀਂ ਇਹਦੇ ਸਮਾਂ ਗਵਾਇਆ ਤੇ ਅਪਰਾਧੀ ਨਿਕਲ ਨਾ ਜਾਵੇ, ਲੇਕਿਨ ਲੋਕਲ ਪੁਲਿਸ ਨੂੰ ਧਿਆਨ ਰੱਖਣਾ ਚਾਹੀਦਾ, ਉਹਨਾਂ ਨੂੰ ਦੱਸਣਾ ਚਾਹੀਦਾ। ਮੌਜੂਦਾ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਦੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਆਏ ਬਿਆਨ ਨੇ, ਜਿਹੜੀ ਚਿੰਤਾ ਉਹਨਾਂ ਨੇ ਪੰਜਾਬ ਪ੍ਰਤੀ ਜ਼ਾਹਰ ਕੀਤੀ ਹੈ, ਉਹਦੇ ਬਾਰੇ ਕੀ ਕਹੋਗੇ? ਮੈਨੂੰ ਕੋਈ ਸਪੈਸੀਫਿਕ ਤੁਸੀਂ ਦੱਸੋ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਮਾਹੌਲ ਹੈ ਉਹ ਕੋਈ ਬਹੁਤਾ ਵਧੀਆ ਨਹੀਂ ਹੈ, ਔਰ ਇਹ ਵੀ ਗੱਲ ਕਹਿੰਦੇ ਆ ਕਿ ਜਿਹੜਾ ਸਿੱਖਾਂ ਨੂੰ ਇਨਸਾਫ ਮਿਲਣਾ ਚਾਹੀਦਾ, ਮਸਲੇ ਜਿਹੜੇ ਆ ਉਹ ਜਲਦ ਜਿਹੜੇ ਆ ਉਹ ਹੱਲ ਹੋਣੇ ਚਾਹੀਦੇ ਆ, ਨਹੀਂ ਮਾਹੌਲ ਖਰਾਬ ਹੋ ਸਕਦਾ। ਗੱਲ ਇਹ ਹੈ ਕਿ ਜਿਹੜੀਆਂ ਸਿੱਖਾਂ ਨੂੰ ਇਨਸਾਫ ਮਿਲੇ ਇਹਦੇ ਲਈ ਅਦਾਲਤਾਂ ਹੈਗੀਆਂ ਨੇ, ਸਾਰੇ ਕੇਸਿਸ ਡਿਸਾਈਡ ਕਰਦੇ ਆ। ਹੋਰ ਜਿਹੜੇ ਮਸਲੇ ਆ ਉਹ ਪੰਜਾਬੀਆਂ ਦੇ ਮਸਲੇ ਨੇ, ਸਾਰੇ ਪੰਜਾਬੀ ਇਕੱਠੇ ਹੋ। ਜਦੋਂ ਤੱਕ ਪੰਜਾਬ ਹੀ ਇਕੱਠਾ ਨਹੀਂ ਹੁੰਦਾ, ਯੂ ਕੈਨ ਨਾਟ ਡਿਵਾਈਡ ਪੰਜਾਬ ਔਨ ਕਮਿਊਨਲ ਲਾਈਨਸ। ਪੰਜਾਬੀ ਤਾਂ ਪੰਜਾਬੀ ਹੈ ਤੇ ਜਿਹੜੇ ਜਥੇਦਾਰ ਸਾਹਿਬ ਬੜੇ ਅੱਛਾ ਕੋਸ਼ਿਸ਼ ਕਰਨ, ਜੇ ਸਾਰੇ ਸਿੱਖਾਂ ਨੂੰ ਇਕੱਠੇ ਕਰਨ, ਸਾਰੇ ਕਾਂਗਰਸੀ ਵੀ ਸਿੱਖ ਹੈ, ਭਾਰਤੀ ਜਨਤਾ ਪਾਰਟੀ 'ਚ ਵੀ ਸਿੱਖ ਬੈਠੇ ਆ, ਆਮ ਆਦਮੀ 'ਚ ਵੀ ਬੈਠੇ ਆ, ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਬਣਾਉਣ ਕਮੇਟੀ, ਤਾਂ ਕਿ ਅਸੀਂ ਜੇ ਕੋਈ ਸਿੱਖਾਂ ਦਾ ਮਸਲਾ ਹੈ ਤੇ ਉਹ ਪ੍ਰਧਾਨ ਮੰਤਰੀ ਜੀ ਕੋਲ ਲੈ ਕੇ ਚੱਲੀਏ, ਜੇ ਕੋਈ ਲਾਅ ਐਂਡ ਆਰਡਰ ਦਾ ਮਸਲਾ ਹੈ ਤੇ ਅਦਾਲਤ 'ਚ ਚੱਲੀਏ, ਅਸੀਂ ਨਾਲ ਸਹਿਯੋਗ ਕਰਨ ਨੂੰ ਤਿਆਰ ਹੈਗੇ ਸੀ। ਤੁਸੀਂ ਜੇ ਪੰਜਾਬੀਆਂ ਦਾ ਮਸਲਾ ਹੈ ਤੇ ਸਾਰੇ ਪੰਜਾਬੀ ਨਾਲ ਹੋ। ਜਿਹੜਾ ਮੇਰਾ ਵੀਰ ਬਾਘਾ ਬਾਰਡਰ ਤੇ ਬੈਠਾ ਹੈ ਤੇ ਜਿਹੜਾ ਮੇਰਾ ਵੀਰ ਸ਼ੰਭੂ ਬੈਰੀਅਰ ਤੇ ਬੈਠਾ, ਕਿਸੇ ਵੀ ਤਰ੍ਹਾਂ ਕਿਸੇ ਵੀ ਜਾਤ ਬਰਾਦਰੀ ਦਾ, ਉਹ ਪੰਜਾਬੀ ਹੈ, ਉਹ ਸਾਡਿਆਂ ਫੈਸਲਿਆਂ ਤੋਂ ਪ੍ਰਭਾਵਿਤ ਹੋਏਗਾ। ਉਹਨਾਂ ਸਭ ਨੂੰ ਨਾਲ ਲੈਣਾ ਚਾਹੀਦਾ। ਇੱਕ ਪੰਜਾਬੀਆਂ ਦੀ ਕਮੇਟੀ ਬਣਾ ਕੇ ਅਸੀਂ ਆਪਣੀ ਇੱਕ ਮਜ਼ਬੂਤੀ ਵਿਖਾਈਏ ਤੇ ਨਾ ਕਿ ਇਹਨੂੰ ਵੰਡਣ ਦੀ ਕੋਸ਼ਿਸ਼ ਕਰੀਏ। SGPC ਕੀ ਇੱਕ ਆਜ਼ਾਦਾਨਾ ਜਿਹੜੀ ਸੰਸਥਾ ਦੀ ਹਸਤੀ ਨਾਲ ਕੰਮ ਕਰ ਰਹੀ ਹੈ, ਜਾਂ ਤੁਸੀਂ ਮੰਨਦੇ ਹੋ ਉਹਦੇ ਉੱਤੇ ਕੋਈ ਪੋਲੀਟੀਕਲ ਪ੍ਰਭਾਵ ਹੈ? ਦੇਖੋ, ਸਪਸ਼ਟ ਜੀ ਗੱਲ ਹੈ, ਜਿਹਦੀਆਂ ਟਿਕਟਾਂ ਹੀ ਰਾਜਨੀਤਿਕ ਲੋਕਾਂ ਨੇ ਵੰਡਣੀਆਂ ਔਰ ਉਸ ਤੋਂ ਬਾਅਦ ਫਿਰ ਉਹਨਾਂ ਦਾ ਫੈਸਲਾ ਵੀ ਕਿਹੜਾ ਪ੍ਰਧਾਨ, ਜਿਹੜਾ ਹੁਣ ਪਿੱਛੇ ਵੀ ਪ੍ਰਧਾਨ ਅਨਾਉਂਸ ਹੋਇਆ ਕੈਂਡੀਡੇਟ, ਕਿਹਨੇ ਕੀਤਾ? ਬੀਬੀ ਜਗੀਰ ਕੌਰ ਨੂੰ ਕਿਉਂ ਕੱਢ ਦਿੱਤਾ ਗਿਆ? ਵੀ ਡੈਮੋਕ੍ਰੇਸੀ ਦੇ ਵਿੱਚ ਉਹ ਇਹ ਕਹਿੰਦੀ ਸੀ ਮੈਂ ਇਲੈਕਸ਼ਨ ਲੜਨੀ ਹੈ। ਹੋਰ ਤਾਂ ਉਹਨੇ ਕੋਈ ਅਕਾਲੀ ਦਲ ਦੇ ਖਿਲਾਫ, ਮੈਨੂੰ ਤਾਂ ਨਹੀਂ ਕੋਈ ਬਿਆਨ ਉਹਦਾ ਅੱਜ ਤੱਕ ਸੁਣਿਆ। ਉਹਨੇ ਸਿਰਫ ਇੰਨਾ ਕਹਿ ਦਿੱਤਾ ਕਿ ਮੈਂ SGPC ਦੀ ਮੈਂਬਰ ਹੁੰਦਿਆਂ ਹੋਇਆ ਮੈਂ ਪ੍ਰਧਾਨਗੀ ਦੀ ਇਲੈਕਸ਼ਨ ਲੜਨਾ ਚਾਹੁੰਦੀ ਹਾਂ। ਤੇ ਕੀ ਇਹਦੇ 'ਚ ਹੋ ਗਿਆ? ਕਿਸੇ ਵੀ ਪਾਰਟੀ ਨੂੰ ਅਧਿਕਾਰ ਨਹੀਂ ਹੈਗਾ ਜਿਹੜੇ ਰਾਜਨੀਤਿਕ ਕੰਮ ਦੇ ਵਿੱਚ ਹੈਗੀ ਹੈ ਕਿ ਉਹ ਕਿਸੇ ਵੀ ਧਰਮ ਦੇ ਵਿੱਚ ਦਖਲਅੰਦਾਜ਼ੀ ਕਰੇ, ਕਿਸੇ ਵੀ ਧਰਮ ਦੇ ਵਿੱਚ। ਜਿਹੜੀ ਮੈਂ ਤੁਹਾਡੇ ਇਸ ਡਾਇਲੌਗ ਦੇ ਜ਼ਰੀਏ ਤੁਹਾਡੀ ਇੱਕ ਪੀੜਾ ਦੇਖ ਰਿਹਾ, ਤੁਸੀਂ ਮਤਲਬ ਚਾਹੁੰਦੇ ਹੋ ਕਿ ਵੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨੇ ਉਹ ਇੱਕ ਧਾਰਮਿਕ ਹਸਤੀ ਦੇ ਨਾਲ ਕੰਮ ਕਰਨ, ਨਾ ਕਿ ਸਿਆਸੀ ਪਰਛਾਵੇਂ ਨਾਲ ਕੰਮ ਕਰਨ। ਬਿਲਕੁਲ। ਪਰ ਇਸ ਵੇਲੇ ਤੁਹਾਡੇ ਕੋਲ ਸਰਕਾਰ ਹੈ, ਕਮਿਸ਼ਨ ਬਣਿਆ ਹੋਇਆ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਉਂ ਨਹੀਂ ਨਵੇਂ ਸਿਰੇ ਤੋਂ ਕਰਵਾ ਲਈਆਂ ਜਾਂਦੀਆਂ? ਦੇਖੋ, ਇਸ ਤਰ੍ਹਾਂ ਹੈ ਕਿ ਚੋਣਾਂ ਦਾ ਇੱਕ ਪ੍ਰੋਸੈਸ ਸੀਗਾ, ਹਾਈ ਕੋਰਟ 'ਚ ਰਿਟ ਚੱਲ ਰਹੀ ਸੀਗੀ, ਸੁਪਰੀਮ ਕੋਰਟ 'ਚ, ਜਿਹਦਾ ਫੈਸਲਾ ਥੋੜ੍ਹੀ ਦੇਰ ਪਹਿਲਾਂ ਹੋਇਆ। ਔਰ ਇਹ ਵੀ 2014 ਦੇ ਵਿੱਚ ਉਸ ਵੇਲੇ ਦੀ ਹੁੱਡਾ ਸਰਕਾਰ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਸੀਗਾ, ਜਿਹਦੇ ਖਿਲਾਫ ਅਪੀਲ ਜਿਹੜੀ SGPC ਦਾ, ਉਹਦਾ ਹੁਣ ਫੈਸਲਾ ਹੋਇਆ। ਅਸੀਂ ਆਲਰੇਡੀ ਚੋਣ ਕਮਿਸ਼ਨਰ ਜਿਹੜੇ ਲਾ ਦਿੱਤੇ ਹੋਏ ਆ ਔਰ ਜਲਦੀ ਚੋਣਾਂ ਹੋ ਜਾਣਗੀਆਂ। ਅਸੀਂ ਤਾਂ ਚਾਹੁੰਦੇ ਹਾਂ ਵੀ ਚੋਣਾਂ ਹੋਣ ਤੇ ਤਾਂ ਕਿ ਲੋਕ ਆਪਣੇ ਚੁਣਨ। ਜਿਹੜੇ 15 ਨੋਮੀਨੇਟਿਡ ਹੁੰਦੇ ਆ ਨਾ ਮੈਂਬਰ ਜਿਹੜੇ ਆ, ਮੈਂ ਸਮਝਦਾ ਬੈਸਟ ਸਕਾਲਰ ਹੋਣੇ ਚਾਹੀਦੇ, ਬੈਸਟ ਪ੍ਰਬੰਧਕ ਹੋਣੇ ਚਾਹੀਦੇ। ਕੋਈ IAS ਅਫਸਰ ਵੀ ਸਿੱਖਾਂ ਦੇ ਵਿੱਚ ਹੈਗੇ ਆ, ਜਿਹੜੇ ਅੰਮ੍ਰਿਤਧਾਰੀ ਵੀ ਹੋਣਗੇ, ਕੋਈ ਫੌਜ ਦੇ ਜਰਨੈਲ ਹੈਗੇ ਆ, ਕੋਈ ਤੁਹਾਡੇ ਜਿਹੜੇ ਆ ਵਿਦਵਾਨ ਹੈਗੇ ਆ, ਪ੍ਰੋਫੈਸਰ ਹੈ, ਉਹਨਾਂ ਨੂੰ ਨੋਮੀਨੇਟ ਕਰੋ ਨਾ, ਉਹਨਾਂ ਨੂੰ ਕੋਆਪਟ ਕਰੋ
ਤਾਂ ਕਿ ਉਹ ਪ੍ਰੋਪਰ ਇੱਕ ਗਾਈਡ ਬਣ ਸਕਣ, ਜਿਨ੍ਹਾਂ ਦਾ ਕੋਈ ਲਾਲਚ ਨਾ ਹੋਵੇ। ਸੋ ਐਸਾ ਕੰਮ ਬਹੁਤ ਕੁਝ ਹੋਣ ਵਾਲਾ ਹੈ। ਜਿਹੜੀ ਸਿੱਖ ਰਾਜਨੀਤੀ ਪਿਛਲੇ 75 ਸਾਲ ਚੋਂ ਐਜੀਟੇਸ਼ਨ 'ਚ ਹੈ। ਗੁਰਦੁਆਰਾ ਕਮਿਸ਼ਨ ਦੇ ਤੇ ਕਾਫੀ ਪੈਸਾ ਖਰਚ ਕੀਤਾ ਗਿਆ, ਕਾਫੀ ਚੰਗਾ ਦਫ਼ਤਰ ਵੀ ਬਣਾਇਆ ਗਿਆ, ਸਾਰਾ ਕੁਝ ਹੋਇਆ। ਜਿਵੇਂ ਤੁਸੀਂ ਕਿਹਾ ਹੀ ਹੈ, ਕਹਿੰਦੇ ਬਹੁਤ ਜਲਦੀ ਚੋਣਾਂ ਹੋ ਜਾਣਗੀਆਂ, ਕਿ ਉਹਨਾਂ ਵੱਲੋਂ ਸਾਰਾ ਕੰਮ ਜਿਹੜਾ ਹੈ ਉਹ ਆਰੰਭਿਆ ਹੋਇਆ ਆਲਰੇਡੀ? ਦੇਖੋ, ਜਦੋਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਬਣਦਾ ਹੈਲਪ ਦੇਣੀ ਹੈ, ਦਫ਼ਤਰ ਵੀ ਉਹਨਾਂ ਨੇ ਦੇਣਾ ਹੈ, ਉਹਨਾਂ ਨੂੰ ਹੁਣ ਨਵੀਂ ਵਿਉਂਤਬੰਦੀ ਕਰਨੀ ਪਏਗੀ ਕਿਉਂਕਿ ਹਰਿਆਣਾ ਵਿੱਚੋਂ ਨਿਕਲ ਗਿਆ। ਤੇ ਇਹਦੇ ਤੇ ਜਿਹੜਾ ਇਹ ਉਹਨਾਂ ਨੇ ਸਾਰੋਂ ਸਾਹਿਬ ਨੇ ਹੀ ਦੇਖਣਾ ਕਿ ਇਹਨੂੰ ਕਿਵੇਂ ਹਾਊ ਟੂ ਪ੍ਰੋਸੀਡ ਫਰਦਰ। ਦਿੱਲੀ ਪਹਿਲਾਂ ਵੱਖਰੀ ਸੀ, ਹਰਿਆਣਾ ਵਿੱਚੋਂ ਨਿਕਲ ਗਿਆ। ਇੱਕ ਪਾਸੇ ਗੱਲ ਹੁੰਦੀ ਆ ਆਲ ਇੰਡੀਆ ਐਕਟ ਦੀ, ਇੱਕ ਪਾਸੇ ਕਮੇਟੀਆਂ ਇਹ ਵੱਖੋ-ਵੱਖ ਹੁੰਦੀਆਂ ਜਾ ਰਹੀਆਂ ਨੇ। ਤੁਹਾਨੂੰ ਨਹੀਂ ਲੱਗਦਾ ਹੈਗਾ ਵੀ ਜਿਹੜੀ ਇੱਕ ਪੰਥ ਦੀ ਮਜ਼ਬੂਤੀ ਹੈ, ਇੱਕ ਸ਼ਕਤੀ ਹੈ, ਉਹਨੂੰ ਇਸ ਤਰੀਕੇ ਨਾਲ ਨਿਖੇੜਿਆ ਜਾ ਰਿਹਾ? ਦੇਖੋ, 1954 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਜਥੇਬੰਦੀ SGPC ਨੇ ਇਹ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀ, ਔਰ ਉਹ ਰੈਜ਼ੋਲੂਸ਼ਨ 1999 ਤੱਕ ਚੱਲਦਾ ਰਿਹਾ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ। ਗੱਲ ਸ਼੍ਰੀ ਵਾਜਪਾਈ ਜੀ ਕੋਲ ਆਈ, ਉਸ ਵੇਲੇ ਦੇ ਪ੍ਰਧਾਨ ਮੰਤਰੀ ਸੀ। ਉਹਨਾਂ ਨੇ ਖਰੜਾ ਤਿਆਰ ਕਰਾ ਕੇ ਜਸਟਿਸ ਹਰਬੰਸ ਸਿੰਘ ਤੋਂ SGPC ਨੂੰ ਭੇਜ ਦਿੱਤਾ ਕਿ ਤੁਸੀਂ ਇਹਨੂੰ ਅਪਰੂਵ ਕਰੋ। ਤੇ ਜਦੋਂ SGPC ਨੇ ਆਪਣੇ ਪੋਲੀਟੀਕਲ ਮਾਸਟਰਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਜੀ ਪੰਜਾਬ ਵਾਲਿਆਂ ਦਾ ਕਬਜ਼ਾ ਜਿਹੜਾ ਹੈ ਉਹ ਦੂਜੇ ਪਾਸੇ ਕਿਤੇ ਖਤਮ ਨਾ ਹੋ ਜਾਏ। ਤੇ ਉਹਨਾਂ ਨੇ ਉਹ ਡਰਾਫਟ ਜਿਹੜਾ ਹੈ ਅੱਜ ਵੀ ਪਿਆ। ਮੈਂ ਮੁਦਈ ਹਾਂ, ਮੈਂ ਆਰਟੀਕਲ ਵੀ ਲਿਖਿਆ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਨਾ ਚਾਹੀਦਾ। ਇਸ ਧਰਮ ਦੇ ਵਿੱਚ ਇੱਕ ਸਾਰਤਾ, ਇੱਕ ਸੁਰਤਾ ਹੋਣੀ ਚਾਹੀਦੀ ਹੈ। ਸਾਰੀ ਜਗ੍ਹਾ ਇੱਕੋ ਹੀ ਮਰਿਆਦਾ ਲਾਗੂ ਹੋਵੇ ਤੇ ਅਸੀਂ ਸਾਰੇ ਸਿੱਖ ਮਿਲ ਕੇ ਰਹੀਏ, ਦੁਨੀਆ ਭਰ ਦੇ ਸਿੱਖ। ਕੋਈ ਐਸੀ ਪ੍ਰੋਵੀਜ਼ਨ ਲਵਾਓ ਕਿ 50 ਬੰਦੇ ਜਾਂ 15 ਬੰਦੇ, ਅਸੀਂ ਬਹੁਤ ਸਾਰੇ ਹੁਣ 20% ਸਿੱਖ ਬਾਹਰ ਚਲੇ ਗਏ, ਉਹਨਾਂ ਨੂੰ ਵੀ ਕੋਆਪਟ ਕਰ ਲਓ। ਕੋਈ ਪ੍ਰੋਵੀਜ਼ਨ ਐਸੀ ਹੋਵੇ ਜਿਹੜੇ ਕੋਈ ਵਿਦੇਸ਼ੀ ਸਿੱਖ ਵੀ ਅਸੀਂ ਕੋਆਪਟ ਕਰ ਸਕੀਏ, ਔਰ ਡੈਮੋਕ੍ਰੈਟਿਕਲੀ ਫੈਸਲੇ ਹੋਣ। ਜਿਵੇਂ ਹੁਣ ਇੱਕ ਦਿਨ ਦਾ ਸੈਸ਼ਨ ਹੁੰਦਾ ਨਾ, ਇੱਕ ਦਿਨ ਪ੍ਰਧਾਨ ਚੁਣ ਲਿਆ ਤੇ ਇੱਕ ਦਿਨ ਬਜਟ ਪਾਸ ਕਰ ਲਿਆ, ਇਹ ਕਾਫੀ ਨਹੀਂ। ਘੱਟੋ ਘੱਟ ਅਸੈਂਬਲੀ ਦੀ ਤਰ੍ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਮਿਨੀ ਪਾਰਲੀਮੈਂਟ, ਇਹ ਕੰਮ ਕਰੇ। 10 ਦਿਨ ਦਾ ਸੈਸ਼ਨ ਇੱਕ ਵਾਰੀ ਹੋਵੇ, 10 ਦਿਨ ਦਾ ਦੂਜੀ ਵਾਰੀ ਹੋਵੇ, ਤੇ ਉਹ ਸਾਰੀ ਡਿਬੇਟ ਕਰਕੇ ਸਿੱਖਾਂ ਦੇ ਮਸਲੇ ਜਿਹੜੇ ਆ ਉਹਨਾਂ ਦਾ ਹੱਲ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਵੀ ਆਲ ਇੰਡੀਆ ਜਿਹੜਾ ਗੁਰਦੁਆਰਾ ਐਕਟ ਹੈ, ਇਹਦੇ ਨਾਲ ਜਿਹੜਾ ਹੈ ਹੋਰ ਜਿਹੜਾ ਹੈ ਸੁਧਾਰ ਹੋਵੇਗਾ? ਕੁਦਰਤੀ ਹੈ, ਸੁਧਾਰ ਹੋਵੇਗਾ। ਸਾਰੇ ਸਿੱਖ ਇਕੱਠੇ ਹੋਣਗੇ। ਇਹਨਾਂ ਨੂੰ ਮੈਂ ਤਾਂ ਮਦਈ ਹਾਂ ਇਸ ਗੱਲ ਦਾ ਕਿ ਸਾਡੇ ਚੋਂ ਅੱਗੇ ਪਾਕਿਸਤਾਨ ਨਿਕਲ ਗਿਆ। ਪਹਿਲਾਂ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਵੀ SGPC ਕੋਲ ਸੀਗਾ, ਤੇ ਉਹ ਚਲਾ ਗਿਆ ਬਾਹਰ। ਇਸ ਤਰ੍ਹਾਂ ਨਹੀਂ ਜਾਣੇ ਚਾਹੀਦੇ। ਇਹ ਜਿਹੜਾ ਹਰਿਆਣੇ ਵਾਲਿਆਂ ਨੇ ਵੀ ਉਦੋਂ 2014 ਚ ਐਕਟ ਬਣਾਇਆ, ਇਹ ਗਲਤ ਬਣਾਇਆ। ਆਓ ਮਿਲ ਕੇ SGPC ਦੇ ਬਾਰੇ ਜਿਹੜੀ ਹੈ ਨਾ, ਉਹ ਜਿਹੜਾ ਡਰਾਫਟ ਹੈ ਉਹ ਭੇਜਣ ਵਾਪਸ ਪ੍ਰਧਾਨ ਮੰਤਰੀ ਜੀ ਕੋਲ, ਤੇ ਸਾਰੇ ਸਿੱਖ ਅਸੀਂ ਇਕੱਠੇ ਹੋ ਕੇ ਚੱਲੀਏ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਾਤਾ ਜਾਵੇ। ਵੈਸੇ ਤਾਂ ਤੁਹਾਡਾ ਜ਼ਾਤੀ ਫੈਸਲਾ ਸੀ, ਬੰਦੇ ਦੇ ਕੁਝ ਆਪਣੇ ਨਿੱਜੀ ਫੈਸਲੇ ਹੁੰਦੇ ਆ, ਈਵਨ ਕਿ ਪਰਿਵਾਰ ਵੀ ਕਈ ਵਾਰੀ ਉਹਦੇ ਵਿੱਚ ਨਹੀਂ ਮਤਲਬ ਆਪਣੀ ਕੋਈ ਰਾਏ ਦੇ ਸਕਦਾ, ਪਰ ਪ੍ਰਭਾਵ ਨਹੀਂ ਪਾ ਸਕਦਾ। ਪਰ ਮੈਂ ਪੁੱਛਣਾ ਚਾਹੂੰਗਾ, ਤੁਸੀਂ BJP ਕੀ ਸੋਚ ਕੇ ਜੁਆਇਨ ਕੀਤੀ? ਦੇਖੋ, 2 ਰਾਸ਼ਟਰੀ ਪਾਰਟੀਆਂ ਨੇ, ਇੱਕ ਹੈ ਕਾਂਗਰਸ ਤੇ ਇੱਕ ਹੈਗੀ ਹੈ ਭਾਰਤੀ ਜਨਤਾ ਪਾਰਟੀ। ਮੈਂ 1972 ਤੋਂ ਲੈ ਕੇ 2011 ਤੱਕ ਸਰਕਾਰੀ ਨੌਕਰੀ ਕੀਤੀ, ਉਹ ਵੀ ਪੁਲਿਸ ਦੀ। 20 ਸਾਲ ਜਿਹੜਾ ਨਾ ਅੰਮ੍ਰਿਤਸਰ ਦੇ ਵਿੱਚ ਰਿਹਾ। ਸਾਰੀ ਜਿਹੜਾ ਔਖਾ ਸਮਾਂ ਸੀ ਉਹ ਆਪਣੇ ਪਿੰਡੇ ਤੇ ਹੰਡਾਇਆ। ਮੈਨੂੰ ਪਤਾ ਹੈ ਵੀ ਕਾਂਗਰਸ ਨੇ ਸਿੱਖਾਂ ਦੀ ਸਾਰੀ ਬਿਮਾਰੀ ਦੀ ਜੜ ਕਾਂਗਰਸ ਹੈ। ਜੇ ਇਹ ਕਹਿ ਦਿੰਦੇ ਜਿਹੜਾ ਕਿ ਉਹ ਅਸੀਂ ਜਿਹੜਾ ਨਹਿਰੂ ਜੀ ਨੇ ਕਿਹਾ ਸੀ ਕਿ ਨਾਰਥ ਇੰਡੀਆ 'ਚ ਇੱਕ ਐਸਾ ਖਿੱਤਾ ਬਣਾ ਦਿਆਂਗੇ ਜਿੱਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ। 2 ਵਾਰੀ 48 ਤੇ 56 'ਚ ਅਕਾਲੀ ਦਲ ਭੰਗ ਵੀ ਹੋਇਆ। 3.5 ਲੱਖ ਬੰਦੇ ਨੇ 1956 ਦੇ ਵਿੱਚ ਨਹਿਰੂ ਸਾਹਿਬ ਨੂੰ ਸਵਾਗਤ ਕੀਤਾ, ਅਕਾਲ ਤਖਤ ਸਾਹਿਬ ਤੇ ਸਨਮਾਨਿਤ ਕੀਤਾ ਕਿ ਇਹਨਾਂ ਨੇ ਸਾਡੀ ਪੰਜਾਬੀ ਭਾਸ਼ਾ ਦੀ ਕਰ ਲਈ। ਬਲੂ ਸਟਾਰ ਕਿਹਦੇ ਵੇਲੇ ਹੋਇਆ, ਬਲੈਕ ਥੰਡਰ ਕਿਹਦੇ ਵੇਲੇ ਹੋਇਆ, ਆ ਤੁਹਾਡਾ ਜਿਹੜਾ ਦਿੱਲੀ ਰਾਇਟਸ ਦੇ ਅਸੀਂ ਅੱਜ ਤੱਕ ਜ਼ਖਮ ਹੈਗੇ ਆ। ਸੋ ਮੇਰੀ ਆਤਮਾ ਨਹੀਂ ਮੰਨੀ ਕਿ ਮੈਂ ਕਾਂਗਰਸ ਨਾਲ ਖੜਾ ਹੋਵਾਂ। ਹਾਲੇ ਕਿ ਬਹੁਤ ਸਾਰੇ ਕਾਂਗਰਸੀਆਂ ਨਾਲ ਮੇਰੇ ਅੱਛੇ ਸਬੰਧ ਹੈ, ਮੇਰੇ ਜਾਤੀ ਸਬੰਧ ਸਾਰਿਆਂ ਨਾਲ ਚੰਗੇ ਆ, ਲੇਕਿਨ ਜਿਹੜਾ ਉਹਨਾਂ ਦਾ ਜਮਾਤ ਹੈ ਉਹਦੀ ਸੋਚ ਐਂਟੀ ਸਿੱਖ ਹੈ। ਤੇ ਮੇਰੇ ਕੋਲ ਦੂਜਾ ਪੋਜੀਸ਼ਨ ਸੀ, ਇਹ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਸਿੱਖਾਂ ਨੂੰ ਪਹਿਲ ਦਿੰਦੀ ਹੈ। ਯਾਰ ਪਹਿਲੀ ਵਾਰੀ ਹੋਇਆ ਵੀ ਮਾਰਸ਼ਲ ਆਫ ਦੀ 에ਅਰ ਅਰਜਨ ਸਿੰਘ ਬਣਾਤਾ ਸਾਡਾ। ਅਸੀਂ ਉਹ ਦੌਰ ਵੀ ਦੇਖਿਆ ਹੈ
ਤਾਂ ਤੁਸੀਂ ਤਾਂ ਛੋਟੀ ਉਮਰ ਦੇ ਸ਼ਾਇਦ ਇਸ ਸੰਸਾਰ 'ਚ ਹਲੇ ਨਾ ਆਏ ਹੋ। 1965 ਦੇ ਵਿੱਚ ਉਹ ਜਨਰਲ ਹਰਬਖਸ਼ ਸਿੰਘ ਜਿਹਨੇ ਕਹਿ ਦਿੱਤਾ ਸੀ, ਜਦੋਂ ਜਨਰਲ ਚੌਧਰੀ ਨੇ ਕਿਹਾ ਕਿ ਤੁਸੀਂ ਬਿਆਸ ਤੱਕ ਪਿੱਛੇ ਹਟ ਜਾਓ, ਤੇ ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਪਹਿਲਾਂ ਅਸੀਂ ਲਾਹੌਰ ਦੇ ਆਏ ਆ, ਮੈਂ ਅੰਮ੍ਰਿਤਸਰ ਨਹੀਂ ਦੇਣਾ, ਤੇ ਉਹ ਲੜੇ। ਤੇ ਜਦੋਂ ਕਮਾਂਡਰ ਇਨ ਚੀਫ ਬਣਨ ਦੀ ਵਾਰੀ ਆਈ, ਉਹਨਾਂ ਨੂੰ ਵਰਦੀ ਵੀ ਸਵਾ ਲਈ, ਕਹਿ ਵੀ ਦਿੱਤਾ, ਤੇ ਉਹਨਾਂ ਨੂੰ ਕਮਾਂਡਰ ਇਨ ਚੀਫ ਨਹੀਂ ਬਣਾਇਆ। ਉਸ ਤੋਂ ਬਾਅਦ ਮਾਰਸ਼ਲ ਆਫ ਦੀ ਏਅਰ ਜਿਹੜੇ ਆ, ਜਿਹਨੂੰ ਫੀਲਡ ਮਾਰਸ਼ਲ ਦਾ ਅਹੁਦਾ ਏਅਰ ਮਾਰਸ਼ਲ ਅਰਜਨ ਸਿੰਘ ਨੂੰ ਵਾਜਪਾਈ ਸਾਹਿਬ ਨੇ ਦਿੱਤਾ 2002 ਚ। ਜਿੱਥੇ ਵੀ ਸਿੱਖਾਂ ਨੂੰ ਕਿਤੇ ਲੋੜ ਹੋਈ, ਕਮਾਂਡਰ ਇਨ ਚੀਫ ਇਹਨਾਂ ਨੇ ਲਾਇਆ। ਹਰ ਜਗ੍ਹਾ ਪਹਿਲੀ ਵਾਰੀ ਆ ਕਿ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ 2003 ਦੇ ਵਿੱਚ ਉਹਨਾਂ ਨੂੰ ਲਾਇਆ ਗਿਆ, ਸਰਦਾਰ ਤਰਲੋਚਨ ਸਿੰਘ ਨੂੰ। ਦੂਜਾ ਮੈਂ ਆਇਆ। ਇਹ ਸਿੱਖ ਨੂੰ ਪਿਆਰ ਕਰਨ ਵਾਲੇ ਆ, ਸਤਿਕਾਰ ਕਰਨ ਵਾਲੇ ਆ, ਇੱਜ਼ਤ ਕਰਨ ਵਾਲੇ ਆ, ਔਰ ਉਹਨਾਂ ਦੇ ਕਹਿਣ ਤੇ ਜਿੱਦਾਂ ਮੈਂ ਰਿਣੀ ਆ ਕਿ ਜਿੱਥੇ ਮੈਂ ਕਦੇ ਸੋਚ ਨਹੀਂ ਸੀ ਸਕਦਾ, ਉੱਥੇ ਪ੍ਰਧਾਨ ਮੰਤਰੀ ਜੀ ਨੇ ਜਾਂ ਅਮਿਤ ਸ਼ਾਹ ਜੀ ਨੇ ਜਾਂ ਸਾਡੀ ਪਾਰਟੀ ਨੇ ਸੋਚਿਆ ਕਿ ਇਹ ਯੋਗ ਆਦਮੀ ਹੈ। ਇਹ ਤਾਂ ਹੋ ਗਈ ਤੁਹਾਡੀ ਰੁਚੀ ਦੀ ਗੱਲ, ਪਰ ਮੈਂ ਦੇਖਿਆ ਬੀਜੇਪੀ ਵੀ ਤੁਹਾਡੇ 'ਚ ਬਹੁਤ ਰੁਚੀ ਰੱਖਦੀ ਹੈ। ਬੀਜੇਪੀ ਸੰਸਦੀ ਬੋਰਡ ਦਾ ਮੈਂਬਰ ਵੀ ਤੁਹਾਨੂੰ ਬਣਾਇਆ ਗਿਆ, ਜਿੱਥੋਂ ਗਡਕਰੀ ਸਾਹਿਬ ਨੂੰ ਲਾਂਭੇ ਕਰ ਦਿੱਤਾ ਗਿਆ, ਸ਼ਿਵਰਾਜ ਚੌਹਾਨ ਹੋਰਾਂ ਨੂੰ ਲਾਂਭੇ ਕਰ ਦਿੱਤਾ ਗਿਆ, ਪਰ ਇੱਕ ਘੱਟ ਗਿਣਤੀ ਕੌਮ ਦੇ ਇੱਕ ਆਗੂ ਨੂੰ ਜਿਹੜਾ ਹੈ ਉਹ ਉੱਥੇ ਸਪੇਸ ਦਿੱਤੀ ਗਈ। ਉਸ ਤੋਂ ਬਾਅਦ ਜਿਸ ਅਹੁਦੇ ਦੇ ਉੱਤੇ ਹੁਣ ਤੁਸੀਂ ਬਿਰਾਜਮਾਨ ਹੋ, ਉਹਦੇ ਉੱਤੇ ਲਗਾਤਾਰ ਤੁਸੀਂ ਬਣੇ ਹੋਏ ਹੋ, ਔਰ ਮੁਲਕ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਦੀਨ ਦੁਨੀਆ ਦੇ ਲੀਡਰ ਜਿਹੜੇ ਆ ਉਹ ਚੱਲ ਕੇ ਮਿਲਣ ਆਉਂਦੇ ਆ, ਉਹ ਪਰ ਖੁਦ ਚੱਲ ਕੇ ਤੁਹਾਡੇ ਕੋਲ ਆਉਂਦੇ ਆ। ਬਹੁਤ ਵਾਰੀ, ਬਹੁਤ ਦਫਾ ਤੁਹਾਡੇ ਨਾਲ ਉਹਨਾਂ ਦੀਆਂ ਬੜੀਆਂ ਨਜ਼ਦੀਕ ਤਸਵੀਰਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ, ਕਈ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਵੇਖਣ ਨੂੰ ਮਿਲਦੇ ਆ। ਉਹਨਾਂ ਦਾ ਤੁਹਾਡੇ ਉੱਤੇ ਇੰਨਾ ਵਿਸ਼ਵਾਸ ਕਿਉਂ ਤੇ ਕਿਵੇਂ? ਦੇਖੋ, ਮੈਂ 30 ਸਾਲ ਬਾਦਲ ਸਾਹਿਬ ਦਾ ਐਡਵਾਈਜ਼ਰ ਆ ਅਨਓਫੀਸ਼ੀਅਲੀ। ਇਹ ਜਿਹੜੀ ਸੰਗਤ ਦਰਸ਼ਨ ਸੀ, ਇਹ ਮੇਰੇ ਦਿਮਾਗ ਦੀ ਕਾਢ ਸੀ। 1997 ਦੇ ਵਿੱਚ ਹਲੇ ਵੀ ਉਹਦੀ ਕਾਪੀ ਪ੍ਰੈਸ ਨੋਟ ਦੀ ਮੇਰੇ ਕੋਲ ਪਈ ਹੈ। ਕਰਪਸ਼ਨ ਫ੍ਰੀ ਪੰਜਾਬ, ਇਹ ਮੇਰਾ ਆਈਡੀਆ ਸੀ। ਜਿਹੜਾ ਲੋਕਾਂ ਨੂੰ ਮਿਲਣਾ ਜਾ ਕੇ, ਇੰਗਲਿਸ਼ ਪੰਜਾਬੀ ਪ੍ਰਾਇਮਰੀ ਸਕੂਲਾਂ 'ਚ ਪੜ੍ਹਾਈ ਜਾਵੇ, ਇਹ ਮੇਰਾ ਆਈਡੀਆ ਸੀ। ਜਿਹੜਾ ਐਸਜੀਪੀਸੀ ਦੇ ਵਿੱਚ 12,000 ਪੰਜਾਬ ਦਾ ਪਿੰਡ ਹੈ, ਮੈਂ ਇਹ ਬੇਨਤੀ ਬਾਲ ਸਾਹਿਬ ਨੂੰ ਕੀਤੀ ਸੀ ਕਿ ਤੁਸੀਂ ਹਰ ਪਿੰਡ ਦੇ ਵਿੱਚ ਇੱਕ ਦਿਨ ਦਰਬਾਰ ਸਾਹਿਬ ਸੇਵਾ ਦਾ ਦਿਓ। 40 ਸਾਲ ਬਾਅਦ ਵਾਰੀ ਆਉਣੀ ਹੈ ਤੇ ਲੋਕ ਵੀ ਖੁਸ਼ ਹੋਣਗੇ, ਧਰਮ ਦਾ ਪ੍ਰਚਾਰ ਵੀ ਹੋਏਗਾ। ਲੇਕਿਨ ਉਹਨਾਂ ਨੇ ਮੇਰੀ ਗੱਲ ਨੂੰ ਅਮੈਂਡ ਕਰ ਦਿੱਤਾ, ਐਮਐਲਏਸ ਦੀ ਡਿਊਟੀ ਲਾਤੀ। ਮੈਂ ਕਦੇ ਵੀ ਕਿਸੇ ਨੂੰ, ਜਿੱਥੇ ਮੇਰੇ ਨਾਲ ਪਿਆਰ ਸੀ, ਮੈਂ ਕਦੇ ਗਲਤ ਰਾਏ ਨਹੀਂ ਦਿੱਤੀ। ਇਸੇ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਮੈਨੂੰ ਪੁੱਛ ਕੇ ਇਲੈਕਸ਼ਨ ਲੜਦੇ ਰਹੇ। ਜਦੋਂ ਰਾਣਾ ਗੁਰਜੀਤ ਨੇ ਇਲੈਕਸ਼ਨ, ਮੈਨੂੰ ਪਤਾ ਪ੍ਰਗਟ ਸਿੰਘ ਟਿਕਟ ਮੰਗ ਰਿਹਾ ਸੀਗਾ, ਤੇ ਮੈਂ ਉਦੋਂ ਇਹਨਾਂ ਨੂੰ ਕਿਹਾ ਕਿ ਪ੍ਰਗਟ ਸਿੰਘ ਤੋਂ ਜਿੱਤਿਆ ਨਹੀਂ ਜਾਣਾ। 2004 ਦੇ ਵਿੱਚ ਮੈਂ ਸਰਵਿਸ ਸੀਗਾ। ਇਟ ਵਾਸ ਮਾਈ ਡਿਊਟੀ ਟੂ ਟੈਲ ਹਿਮ ਦੀ ਟਰੂਥ ਕਿ ਨਹੀਂ ਜੀ, ਇਹ ਤੁਸੀਂ ਟਿਕਟ ਜਿਹੜੀ ਆ ਗੁਰਜੀਤ ਨੂੰ ਦੇ ਦਿਓ, ਔਰ ਉਹ ਜ਼ਿਆਦਾ ਚੰਗੇ ਢੰਗ ਨਾਲ ਮੈਨੇਜ ਕਰ ਸਕੇਗਾ। ਰਾਣਾ ਗੁਰਜੀਤ ਜਿੱਤ ਗਿਆ। ਸੋ ਇਹ ਮੇਰੀ ਪ੍ਰੋਫੈਸ਼ਨਲ ਜਿਹੜੀ ਆ ਇਹ ਸਾਈਡ ਸੀਗੀ, ਜਦੋਂ ਮੈਨੂੰ ਮਾਣ ਸਤਿਕਾਰ ਮਿਲਦਾ ਰਿਹਾ, ਔਰ ਸਾਰੇ ਹੀ ਦਿੰਦੇ ਰਹੇ ਆ, ਅੱਜ ਵੀ ਦਿੰਦੇ ਆ। ਇਹ ਨਹੀਂ ਗੱਲ ਕਿ ਮੈਂ ਉਹਨਾਂ ਦੇ ਰੈਕੋਗਨਾਈਜ਼ ਮਾਈ ਕੈਪੇਬਿਲਿਟੀ। ਲੇਕਿਨ ਮੈਂ ਜਿਹੜੀ ਆ ਇਹ ਭਾਰਤੀ ਜਨਤਾ ਪਾਰਟੀ ਨੇ ਵੀ ਮੇਰੇ ਕੰਮ ਦੀ, ਮੇਰੇ ਜਿਹੜੇ 40 ਸਾਲ ਦਾ ਪੁਲਿਸ ਜੀਵਨ ਹੈ, ਉਹਦੇ ਵਿੱਚ ਬੇਦਾਗ ਔਰ ਕਿਸੇ ਵੀ ਕੰਟਰੀਵਰਸੀ ਤੋਂ ਰਹਿਤ ਜਿਹੜਾ ਮੈਂ ਆਪਣਾ ਜੀਵਨ ਜੀਆ, ਉਹਨੂੰ ਇਹਨਾਂ ਨੇ ਰੈਕੋਗਨਾਈਜ਼ ਕੀਤਾ। ਮੈਨੂੰ ਇੱਕ ਲੇਖਕ ਦੇ ਤੌਰ ਤੇ ਜੋ ਮੇਰੀ ਪੂਰਾ ਜੀਵਨ ਹੈ, ਮੈਨੂੰ ਮਾਣ ਸਤਿਕਾਰ ਦਿੱਤਾ। ਮੈਂ ਭਾਰਤੀ ਜਨਤਾ ਪਾਰਟੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਪ੍ਰਧਾਨ ਮੰਤਰੀ ਜੀ, ਅਮਿਤ ਸ਼ਾਹ ਜੀ, ਦੂਜੀ ਸਾਡੇ ਨੱਡਾ ਜੀ ਮੇਰਾ ਸਤਿਕਾਰ ਕਰਦੇ ਆ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ। ਕਹਿੰਦੇ ਬੀਜੇਪੀ ਨੇ ਉਹ ਰਾਜ ਦੇ ਵਿੱਚ ਵੀ ਚੋਣ ਜਿੱਤੀ ਜਿੱਥੇ ਕਦੇ ਖਾਤਾ ਵੀ ਨਹੀਂ ਸੀ ਖੁੱਲਿਆ, ਪਰ ਬੰਗਾਲ ਤੇ ਪੰਜਾਬ ਦੀ ਟੀਸ ਹਲੇ ਮਨ ਦੇ ਵਿੱਚ ਹੈਗੀ ਹੈ ਕਿ ਪੰਜਾਬ ਵਾਲਾ ਸੁਪਨਾ ਇਕਬਾਲ ਸਿੰਘ ਲਾਲਪੁਰਾ ਹੋਰਾਂ ਦੇ ਜ਼ਰੀਏ ਪੂਰਾ ਕਰਨਾ ਵੇਖਦੇ ਲੋਚਦੇ? ਦੇਖੋ, ਮੇਰੇ ਰਾਹੀਂ ਤਾਂ ਮੈਂ ਤਾਂ ਇੱਕ ਸ਼ਬਦ ਗੁਰਬਾਣੀ ਦਾ ਹਰ ਵਾਰੀ ਪੜ੍ਹਦਾ ਹੁੰਦਾ ਕਿ ਤੂੰ ਕਰਤਾ ਕਰਤਾ ਮੈਂ ਨਾਹੀ, ਜੋ ਹੋਂ ਕਰੀ ਨਾ ਹੋਈ। ਮੇਰੇ ਕੀਤੇ ਕੁਛ ਨਹੀਂ ਹੋਣਾ। ਜਿਹੜੀ ਭਾਰਤੀ ਜਨਤਾ ਪਾਰਟੀ ਦੇ ਕੀਤੇ ਕੰਮ ਹੈ, ਜੋ ਮੋਦੀ ਸਾਹਿਬ ਦੇ ਰੋਜ਼ ਉੱਠ ਕੇ ਸਿੱਖਾਂ ਲਈ ਸੋਚਣਾ ਕਿ ਮੈਂ ਆਹ ਕਰਨਾ, ਮੈਂ ਉਹ ਕਰਨਾ। ਕਿਹਨੇ ਕਿਹਾ ਸੀ ਜਾ ਕੇ ਕਿ ਤੁਸੀਂ ਰੋਪਵੇ ਬਣਾ ਦਿਓ ਹੇਮਕੁੰਟ ਸਾਹਿਬ ਨੂੰ? ਕਿਹਨੇ ਕਿਹਾ ਸੀ ਬੰਦੇ ਮਾਤਰਮ ਜਿਹੜੀ ਟ੍ਰੇਨ ਹੈ, ਜਿਹੜੀ ਉਨੇ ਵਾਸਤੇ ਲੱਗੀ ਸੀ, ਉਹਨੂੰ ਤੁਸੀਂ ਅਨੰਦਪੁਰ ਸਾਹਿਬ ਹੀ ਰੋਕੋ? ਜਿਹੜਾ ਉਹਨਾਂ ਦਾ ਜਿਹੜੀ ਹੈ ਨਾ ਸਿੱਖਾਂ ਪ੍ਰਤੀ ਪਿਆਰ, ਸਿੱਖੀ ਪ੍ਰਤੀ ਪਿਆਰ, ਜਦੋਂ ਬਾਦਲ ਸਾਹਿਬ ਸੱਦੇ ਸੀ ਤੇ ਉਹਨਾਂ ਨੇ ਕੋਈ ਜਿਹੜਾ ਗੁਰਪੁਰਬ ਮਿਸ ਨਹੀਂ ਕੀਤਾ ਜਿੱਥੇ ਹਾਜ਼ਰੀ ਨਾ ਲਵਾਈ ਹੋਣ। ਤੇ ਐਸੇ ਸਿੱਖ ਪ੍ਰੇਮੀ ਦਾ
ਜਿਹੜਾ ਆ ਉਹਨੂੰ ਲੋਕ ਹੀ ਸਤਿਕਾਰ ਕਰਦੇ ਆ। ਜਿਹੜਾ ਰੌਲਾ ਰੂਲਾ ਜਿਨ੍ਹਾਂ ਨੇ ਪਾਇਆ ਸੀ, ਅੱਜ ਅਸੀਂ ਚਰਚਾ ਕੀਤੀ ਹੈ ਕਿ ਪੰਜਾਬ ਦੇ ਹਾਲਾਤ ਮਾੜੇ ਆ, ਜੇ ਮੋਦੀ ਸਾਹਿਬ ਦਾ ਨੂੰ ਡਬਲ ਇੰਜਨ ਦੀ ਸਰਕਾਰ ਬਣੇਗੀ ਤੇ ਪੰਜਾਬ ਤਰੱਕੀ ਕਰੇਗਾ, ਖੁਸ਼ਹਾਲੀ ਹੋਏਗੀ। ਅਸੀਂ ਸਾਰੇ ਮਿਲ ਕੇ ਜਿਹੜੇ ਆ, ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਅਸੀਂ ਗੁਰੂ ਨਾਨਕ ਨੂੰ ਮੰਨਣ ਵਾਲੇ ਆ, ਅਸੀਂ ਸਾਰੇ ਹੀ ਸਿੱਖ ਹੈਗੇ ਆ, ਭਾਵੇਂ ਕਿਸੇ ਨੇ ਕੇਸ ਰੱਖੇ ਆ ਭਾਵੇਂ ਨਹੀਂ ਰੱਖੇ। ਪੰਜਾਬ ਦੇ ਵਿੱਚ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਲ। ਗੁਰਾਂ ਦੇ ਨਾਲ ਜਿਸ ਡੇਰੇ ਦੇ ਕਰਕੇ ਜਾਂ ਡੇਰੇ ਦੇ ਮੁਖੀ ਦੇ ਇੱਕ ਜਿਹੜਾ ਪਹਿਰਾਵਾ ਅਪਣਾਇਆ ਗਿਆ, ਉਸ ਤੋਂ ਬਾਅਦ ਵਿਵਾਦ ਹੋਇਆ, ਇੰਨਾ ਵਿਵਾਦ ਹੋਇਆ ਔਰ ਉਸ ਤੋਂ ਬਾਅਦ ਪੰਜਾਬ ਦੇ ਹਾਲਾਤ ਕਾਫੀ ਹੱਦ ਤੱਕ ਖਰਾਬ ਹੋਏ। ਹਲੇ ਤੱਕ ਵੀ ਇਨਸਾਫ ਦੇ ਲਈ ਇਨਸਾਫ ਮੋਰਚੇ ਜਿਹੜੇ ਆ ਉਹ ਲੱਗੇ ਹੋਏ ਆ, ਚਾਹੇ ਉਹ ਬਹਿਬਲ ਕਲਾਂ ਨੇ ਜਾਂ ਕੋਟਕਪੂਰਾ ਨੇ। ਉਸ ਤੋਂ ਬਾਅਦ ਇੱਕ ਐਲਾਨ ਹੁੰਦਾ ਹੈ ਕੁਝ ਦਿਨ ਪਹਿਲਾਂ, ਇਹ ਕਿਹਾ ਜਾਂਦਾ ਹੈ ਕਿ ਸਿਰਸਾ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਇੱਕ ਪ੍ਰਮੁੱਖ ਵੱਡਾ ਡੇਰਾ ਬਣਾਇਆ ਜਾਊਗਾ। ਜਦੋਂ ਤੁਸੀਂ ਬਤੌਰ ਸਿੱਖ ਬੀਜੇਪੀ ਦੇ ਨਾਲ ਇਹ ਗੱਲ ਕਹਿੰਦੇ ਹੋ ਕਿ ਬੀਜੇਪੀ ਖਾਸ ਕਰ ਪ੍ਰਧਾਨ ਮੰਤਰੀ ਸਿੱਖਾਂ ਬਾਰੇ ਸੋਚਦੇ, ਤੁਹਾਨੂੰ ਲੱਗਦਾ ਨਹੀਂ ਕਿ ਇਹ ਇੱਕ ਡਿਸਟਰਬਿੰਗ ਫੈਕਟਰ ਹੋਏਗਾ ਪੰਜਾਬ ਦੇ ਲਈ? ਦੇਖੋ, ਗੱਲ ਇਹ ਹੈ, ਪਹਿਲੀ ਤਾਂ ਗੱਲ ਹੈ ਕਿ ਮੈਂ ਇੱਕ ਸਿੱਖ ਹਾਂ। ਮੈਂ ਤਾਂ ਕਹਿੰਦਾ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਆਪ ਜੀ ਦੇ ਸਾਹਮਣੇ ਪੇਸ਼ ਕਰਨਾ। ਮੇਘਾਲਿਆ ਦੇ ਵਿੱਚ ਸਭ ਤੋਂ ਵੱਡਾ ਨਸ਼ਿਆਂ ਦਾ ਕੇਂਦਰ ਸੀ, ਚੀਨ ਦੇ ਨਾਲ ਨੇੜੇ ਲੱਗਦਾ, ਔਰ ਉੱਥੇ ਕ੍ਰਿਸਚੀਅਨ ਮਿਸ਼ਨਰੀ ਨੇ ਲੋਕਾਂ ਦੇ ਘਰ ਘਰ ਜਾ ਕੇ ਇਹਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਿਆ। ਅੱਜ ਮੇਘਾਲਿਆ ਨਸ਼ਾ ਮੁਕਤ ਹੈ। ਮੈਂ ਤਾਂ ਕਿਸੇ ਨੂੰ ਕਹਿ ਰਿਹਾ ਸੀ ਕਿ ਪੰਜਾਬ 'ਚ ਵੀ ਆਓ ਸਿੱਖ ਇਕੱਠੇ ਹੋਈਏ, ਹਰ ਪਿੰਡ 'ਚ ਗੁਰਦੁਆਰਾ ਹੈ, ਅਸੀਂ ਕਿਉਂ ਨਹੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ? ਸਾਨੂੰ ਡਰ ਕਾਹਦੀ ਗੱਲ ਹੈ? ਜਿਹੜਾ ਮੈਂ ਤਾਂ ਇਹ ਸਮਝਦਾ, ਮੈਂ ਕਿਸੇ ਡੇਰੇ ਦਾ ਜਾਂ ਕਿਸੇ ਦਾ ਨਾਂ ਮੈਂ ਕਦੇ ਜਾਂਦਾ ਨਹੀਂ ਕਿਸੇ ਡੇਰਿਆਂ 'ਚ। ਮੇਰੀ ਆਦਤ ਹੈਗੀ ਆਪਣੀ, ਹਰ ਬੰਦੇ ਦਾ ਮੈਂ ਸਤਿਕਾਰ ਕਰਦਾ ਸਭ ਜਿਹੜਾ ਰੱਬ ਦਾ ਨਾਂ ਲੈਂਦਾ। ਲੇਕਿਨ ਸਿੱਖ ਜਿਹੜੇ 57% ਅੱਜ ਵੀ ਪੰਜਾਬ 'ਚ ਆ, ਕਿ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਸਮਝਾ ਸਕਦੇ, ਗੁਰਬਾਣੀ ਦਾ ਮਾਰਗ ਦੱਸ ਸਕਦੇ? ਇਤਮਦ ਪੀਤੇ ਨਾਨਕਾ ਬਹੁਤੇ ਖੱਟੀਏ ਵਿਕਾਰ। ਇਹ ਸ਼ਰਾਬਬੰਦੀ ਜਿਹੜੀ ਹੈ ਸਾਡੇ ਤਾਂ ਗੁਰੂਆਂ ਨੇ ਕੀਤੀ ਹੋਈ ਹੈ। ਨਸ਼ਾ ਮੁਕਤ ਹੈ, ਅਮਲ ਗਲੋਲਾ ਕੂੜ ਕਾ। ਅਸੀਂ ਤਾਂ ਕੂੜ ਦਾ ਇਹਨੂੰ ਕਹਿੰਦੇ ਆ, ਝੂੜ ਦਾ ਇਹ ਅਮਲ। ਅਸੀਂ ਤਾਂ ਰੱਬ ਦੇ ਨਾਂ ਨੂੰ ਸੱਚਾ ਨਾਂ ਮੰਨਦੇ ਆ, ਤੇ ਅਸੀਂ ਕਿਉਂ ਨਹੀਂ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਦੇ? ਅਸੀਂ ਜਿਹੜੀ ਗੁਰਬਾਣੀ ਦੇ ਸਿਧਾਂਤ ਹੈ ਉਹ ਲੋਕਾਂ ਨੂੰ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਕਿ ਭਾਈ ਗੁਰੂ ਕੇ ਲੜ ਲੱਗੋ, ਆਓ ਚਲੀਏ। ਮੈਂ ਤਾਂ 3 ਸਕੂਲਾਂ ਦਾ ਪ੍ਰਧਾਨ ਹਾਂ। ਮੈਂ ਜਦੋਂ ਉਹਨੂੰ ਚਾਰਜ ਲਿਆ ਸੀ 10 ਸਾਲ ਪਹਿਲਾਂ, ਤੇ ਮੈਨੂੰ ਪਤਾ ਅੰਦਰ ਸਕੂਲਾਂ ਦੇ ਕੀ ਹੁੰਦਾ, ਸਾਡੀਆਂ ਸੰਸਥਾਵਾਂ ਫੇਲ ਹੋ ਰਹੀਆਂ ਨੇ। ਸੋ ਇਹ ਬਹੁਤ ਕੁਝ ਜਿਹੜਾ ਨਾ ਕਰਨ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਬੰਦਾ ਤਗੜਾ, ਸਾਨੂੰ ਕਿਸੇ ਤੋਂ ਡਰ ਨਹੀਂ, ਤੇ ਅਸੀਂ ਡਰ ਸਿਰਫ ਇੰਨਾ ਹੈ ਜੇ ਅਸੀਂ ਨਿਕੰਮੇ ਹੋ ਕੇ ਬੈਠੇ ਰਹੀਏ। ਜੇ ਸਿੱਖ ਸਿੱਖੀ ਦਾ ਪ੍ਰਚਾਰ ਨਹੀਂ ਕਰਨਗੇ, ਆਪਣੇ ਘਰ ਆਪਣੇ ਪਿੰਡ ਨੂੰ ਇੱਕ ਯੂਨਿਟ ਸਮਝ ਕੇ ਉਹਨੂੰ ਨਸ਼ਾ ਮੁਕਤ ਨਹੀਂ ਕਰਨਗੇ, ਤੇ ਪੰਜਾਬ ਬੜਾ ਮੁਸ਼ਕਲ ਹੋਏਗਾ। ਮੈਂ ਪਹਿਲਾ ਆਦਮੀ ਸੀ ਜਿਹਨੇ 83 ਕਿਲੋ ਹੀਰੋਇਨ ਫੜੀ ਸੀਗੀ ਤਰਨਤਾਰਨ 1997 ਦੇ ਵਿੱਚ, ਤੇ ਮੈਨੂੰ ਸਨਮਾਨ ਇਹ ਮਿਲਿਆ ਸੀ, ਅਗਲੇ ਦਿਨ ਮੇਰੀ ਬਦਲੀ ਹੋ ਗਈ ਸੀ। ਜੇ ਇਹ ਮਾਹੌਲ ਅੱਜ ਵੀ ਉੱਥੇ ਇਸੇ ਤਰ੍ਹਾਂ ਦਾ ਹੀ ਆ, ਜਿਹੜੇ ਸਮਗਲਰ ਹੈਗੇ ਆ ਉਹ ਖੱਬੇ ਸੱਜਿਓਂ ਸਰਕਾਰੀ ਕੋਠੀਆਂ 'ਚ ਵੜ ਜਾਂਦੇ ਆ। ਔਰ ਅਸੀਂ ਵੀ ਉਹ ਚਰਚਾ ਵੀ ਸੁਣੀ ਆ ਕਿ ਜਿਹੜੇ ਹੀਰੋਇਨ ਦੇ ਸਮਗਲਰ ਆ ਉਹ ਮੰਤਰੀਆਂ ਦੀ ਤੇ ਮੁੱਖ ਮੰਤਰੀਆਂ ਦੀਆਂ ਕੋਠੀਆਂ 'ਚ ਤੁਰੇ ਫਿਰਦੇ ਆ। ਤੇ ਜੇ ਇਹ ਹਾਲਤ ਰਹੇਗੀ ਤੇ ਫਿਰ ਜਿਹੜਾ ਆ, ਇਸ ਵੇਲੇ ਦੀ ਗੱਲ ਕਰ ਰਹੇ ਮੌਜੂਦਾ ਸਮੇਂ ਦੀ ਜਾਂ ਪਹਿਲਾਂ? ਪਿਛਲੇ ਦੀ ਵੀ ਕਰੀ ਜਾਂਦਾ ਜੀ। ਹੁਣ ਕਿਹੜਾ ਕੋਈ ਚੇਂਜ ਆਈ ਹੈ? ਦੇयर इज नो ਚੇਂਜ। ਪਹਿਲਾਂ ਪਿਛਲੀ ਤੋਂ ਭਾਵ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ? ਨਹੀਂ, ਸਾਰਿਆਂ ਦਾ ਇਹ ਹਾਲ ਹੈ ਜੀ। ਬਾਦਲ ਸਾਹਿਬ ਦੇ ਵੇਲੇ ਵੀ ਇਹੀ ਹਾਲ ਸੀ, ਕੈਪਟਨ ਸਾਹਿਬ ਵੇਲੇ ਵੀ ਇਹੀ ਹਾਲ ਸੀ, ਚੰਨੀ ਸਾਹਿਬ ਵੇਲੇ ਵੀ ਇਹੀ ਹਾਲ ਸੀ। ਸਾਰੇ ਪਾਸੇ ਆ, ਦੇ ਰੂਲ ਦੀ ਸਟੇਟ। ਤੇ ਫਿਰ ਪੁਲਿਸ ਫੜਦੀ ਕਿਉਂ ਨਹੀਂ ਸੀ ਜੇ ਪਤਾ ਸੀ? ਦੇਖੋ, ਪੁਲਿਸ ਦਾ ਮੈਂ ਤਾਂ ਜਵਾਬ ਦੇ ਨਹੀਂ ਹੈਗਾ ਕਿਸੇ ਲਈ, ਪਰ ਜਦੋਂ ਅਸੀਂ ਸੀਗੇ ਅਸੀਂ ਕਿਸੇ ਨੂੰ ਬਖਸ਼ਿਆ ਨਹੀਂ। ਮੈਂ ਇੱਕ ਉਹ ਪੁਲਿਸ ਅਫਸਰ ਹੈ ਜਿਹਦੇ ਘੱਟੋ ਘੱਟ ਵੀ 2 ਕੁਇੰਟਲ ਤੋਂ ਵੱਧ ਹੀਰੋਇਨ ਫੜੀ ਹੋਏਗੀ, ਔਰ ਸਾਰੇ ਜਿਹੜੇ ਕ੍ਰਿਮੀਨਲ ਹੈ ਉਹਨਾਂ ਨੂੰ ਫੜ ਕੇ ਆਪਣੇ ਇਲਾਕੇ 'ਚ ਅਮਨ ਬਹਾਲ ਰੱਖਿਆ। ਮੈਂ ਆਈ ਹੈਵ ਦੀ ਆਨਰ ਟੂ ਮੇਨਟੇਨ ਲਾਅ ਐਂਡ ਆਰਡਰ ਵਿਦਆਊਟ ਫਾਇਰ। ਮੈਂ ਇੱਕ ਐਸਾ ਆਦਮੀ ਆ ਜਿਹੜਾ ਤੁਹਾਡਾ ਪੁਲਿਸ ਦਾ ਸਿਧਾਂਤ ਹੈਗਾ, ਪੁਲਿਸ ਅਫਸਰ ਸ਼ੁੱਡ ਬੀ ਅ ਵਾਈਜ਼ ਐਂਡ ਇੰਪਾਰਸ਼ਲ ਫਰੈਂਡ ਐਂਡ ਅ ਪ੍ਰੋਟੈਕਟਰ ਅਗੇਂਸਟ ਇੰਜਰੀ ਟੂ ਪਰਸਨ ਐਂਡ ਪ੍ਰਾਪਰਟੀ। ਪਰ ਜਿੱਦਾਂ ਤੁਸੀਂ ਬਹੁਤ ਵੱਡਾ ਬਿਆਨ ਦਿੱਤਾ ਹੈ ਕਿ ਸਰਕਾਰਾਂ ਦੇ ਵਿੱਚ, ਅਕਾਲੀ ਦਲ ਦੀ ਸਰਕਾਰ ਦੇ ਵੇਲੇ ਜਿਹੜੇ ਤਸਕਰ ਸੀਗੇ, ਸਮਗਲਰ ਸੀਗੇ, ਉਹ ਮੁੱਖ ਮੰਤਰੀਆਂ ਦੀ ਕੋਠੀਆਂ 'ਚ ਫਿਰਦੇ ਰਹੇ, ਕੀ ਉਹਨਾਂ ਨੂੰ ਸਿਆਸੀ ਪੁਸ਼ਤ ਪਨਾਹੀ ਸੀ, ਇਸ ਕਰਕੇ ਪੁਲਿਸ ਮੁੱਖ ਮੋੜ ਲੈਂਦੀ ਸੀ? ਬਿਲਕੁਲ ਸੱਚ ਹੈ, ਇਹਦੇ 'ਚ ਕੀ ਦੋ ਰਾਮਾਂ ਵਾਲੀ ਗੱਲ ਹੈ।
ਪੁਲਿਸ ਅਫਸਰ ਨੂੰ ਤਾਂ ਪੁਲਿਸ ਦਾ ਕੰਮ ਕਰਨਾ ਚਾਹੀਦਾ ਨਾ ਜੀ। ਅਸੀਂ ਤਾਂ ਮੈਂ ਤਾਂ ਗੁੱਸਾ ਮਤਲਬ ਮੈਨੂੰ ਕਹਿਣਾ ਨਹੀਂ ਚਾਹੀਦਾ। ਮੈਂ ਜਦੋਂ ਤਰਨਤਾਰਨੋਂ ਬਦਲਿਆ ਨਾ, ਇੱਕ ਉੱਥੇ ਪੁਲਿਸ ਅਫਸਰ ਲੱਗ ਗਿਆ ਤੇ ਮੈਂ ਜਿਹੜੇ ਬੰਦਿਆਂ ਨੇ ਮੈਨੂੰ ਬਦਲਾਇਆ ਸੀ ਉਹਨਾਂ ਨੂੰ ਮਿਲਣ ਗਿਆ ਤੇ ਯੰਗ ਅਫਸਰ ਸੀਗਾ, ਮੈਂ ਨਾਂ ਨਹੀਂ ਲੈਣਾ, ਉਹਨੂੰ ਮੈਂ ਉਸ ਕੰਸਰਨਡ ਪੋਲੀਟੀਸ਼ੀਅਨ ਨੂੰ ਮਿਲਿਆ, ਜਸਟ ਕਰਟਸੀ ਕਾਲ ਕੇ ਆਈ ਐਮ ਗੋਇੰਗ ਫਰਮ ਯੂਰ ਏਰੀਆ ਐਂਡ ਦੈਟਸ ਆਲ। ਤੇ ਉਹ ਮੈਨੂੰ ਕਹਿਣ ਲੱਗੇ, ਸਰ ਜੀ ਅਸੀਂ ਸ਼ਰਾਬ ਕਢਾਉਣੀ ਸੀ, ਇਹ ਤਾਂ ਨਹੀਂ ਕਹਿੰਦੇ ਵੀ ਅਸੀਂ ਹੀਰੋਇਨ ਵਿਕਾਉਣੀ ਸੀ, ਤੇ ਇਲੈਕਸ਼ਨ ਆ ਗਈ ਪੰਚਾਇਤ ਦੀ ਤੇ ਇਸ ਕਰਕੇ ਅਸੀਂ ਤੁਹਾਡੀ ਬਦਲੀ ਕਰਾਤੀ। ਪਰ ਮੈਨੂੰ ਸ਼ਰਮ ਆਈ ਇਸ ਗੱਲ ਦੀ, ਮੇਰੇ ਮਨ ਨੂੰ ਆਈ ਵਾਸ ਹਰਟ ਕਿ ਇੱਕ ਯੰਗ ਅਫਸਰ, ਆਈਪੀਐਸ ਅਫਸਰ ਜਿਹਨੇ ਕੱਲ ਨੂੰ ਡੀਜੀਪੀ ਬਣਨਾ ਔਰ ਬਣਿਆ ਵੀ, ਉਹ ਇਹ ਕੰਪਰੋਮਾਈਜ਼ ਕਰਕੇ ਆਇਆ ਕਿ ਮੈਂ ਸ਼ਰਾਬ ਕੱਢਣ ਦੀ ਆਗਿਆ ਦਿਆਂਗਾ। ਕੌਣ ਸੀ ਉਹ? ਮੈਂ ਨਾਂ ਨਹੀਂ ਲੈਣਾ। ਜਿਉਂਦੇ ਆ? ਹਾਂ, ਮੇਰੇ ਤੋਂ ਬਾਅਦ ਪੋਸਟਿੰਗ ਹੋਈ ਹੈ 97 ਚ, ਮੈਂ ਉੱਥੋਂ ਬਦਲਿਆ ਸੀ ਤਰਨਤਾਰਨ। ਫਿਰ ਉਹ ਤਾਂ ਸੁਮਿਤ ਸੈਣੀ ਆਏ ਸੀ? ਨਹੀਂ, ਉਹ ਨਹੀਂ ਸੀ। ਛੱਡੋ, ਮੈਂ ਨਾਂ ਨਹੀਂ ਲੈਣਾ, ਤੁਸੀਂ ਇਟਸ ਪਾਰਟ ਆਫ ਦੀ ਰਿਕਾਰਡ। ਓਕੇ, ਮੈਂ ਇੱਕ ਗੱਲ ਅਖੀਰ ਦੇ ਵਿੱਚ ਪੁੱਛਣਾ ਚਾਹੁੰਦਾ। ਕਹਿੰਦੇ ਆ ਕਿ ਰੁੱਖ ਉਦੋਂ ਤੱਕ ਹਰਾ ਰਹਿੰਦਾ ਜਦੋਂ ਤੱਕ ਉਹਦੀਆਂ ਜੜ੍ਹਾਂ ਰਹਿੰਦੀਆਂ ਨੇ। ਅਕਾਲੀ ਦਲ ਤੇ ਬੀਜੇਪੀ ਦਾ ਰਿਸ਼ਤਾ 9 ਮਾਸ ਵਾਲਾ ਰਿਸ਼ਤਾ ਸਮਾਜ ਦੇ ਵਿੱਚ ਮਨਵਾਇਆ ਗਿਆ। ਕੀ ਇਹ ਮੁੜ ਤੋਂ ਇਕੱਤਰ ਹੋ ਸਕਦੇ? ਦੇਖੋ, ਅਕਾਲੀ ਦਲ ਕਿਹੜੇ ਦੀ ਗੱਲ ਕਰਦੇ ਹੋ? ਅਕਾਲੀ ਦਲ ਤਾਂ ਸਾਡੇ ਨਾਲ ਹੈਗਾ, ਉਹ ਵੀ ਸ਼੍ਰੋਮਣੀ ਅਕਾਲੀ ਦਲ ਹੈ ਤੇ ਨਾ ਸੰਯੁਕਤ ਹੈ। ਢੀਂਡਸਾ ਸਾਹਿਬ ਸਾਡੇ ਨਾਲ ਹੀ ਨੇ। ਹਾਂਜੀ, ਅਸੀਂ ਪਿੱਛੇ ਵੀ ਇਲੈਕਸ਼ਨ ਇਕੱਠਿਆਂ ਨੇ ਲੜੀ ਹੈ, ਅੱਗੇ ਨੂੰ ਵੀ ਢੀਂਡਸਾ ਸਾਹਿਬ ਤਕੜੇ ਹੋਣ। ਇਹਦਾ ਮਤਲਬ ਇਹ ਹੈ ਕਿ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਢੀਂਡਸਾ ਗਰੁੱਪ ਨੂੰ ਮੰਨ ਲਿਆ ਹੈ ਹੀ ਸਾਡਾ ਸਾਥੀ ਜੀ। ਅਸੀਂ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਜਿਹੜੇ ਗਰੁੱਪ ਹੈਗਾ ਉਹ ਸਾਡਾ ਸਾਥੀ ਹੈ, ਅਸੀਂ ਉਹਨਾਂ ਦੇ ਨਾਲ ਹੈਗੇ ਆ ਤੇ ਅੱਗੇ ਨੂੰ ਵੀ ਗੁਰੂ ਕਿਰਪਾ ਕਰੇਗਾ, ਅਸੀਂ ਇਕੱਠੇ ਅੱਗੇ ਚੱਲਾਂਗੇ। ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਨੀਂਹ 1920 ਚ ਰੱਖੀ ਗਈ ਸੀ, ਉਸ ਅਕਾਲੀ ਦਲ ਨੂੰ ਅਕਾਲੀ ਦਲ ਨਹੀਂ ਮੰਨਦੇ? ਨਹੀਂ, ਇਹ ਵੀ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਨੀਂਹ 1920 ਚ ਇਸ ਕਰਕੇ ਰੱਖੀ ਗਈ ਕਿ ਉਹ ਐਸਜੀਪੀਸੀ ਦੇ ਲਈ ਕੁਰਬਾਨੀ ਦੇਣ ਨੂੰ ਤਿਆਰ ਸੀ। ਉਹਨਾਂ ਨੂੰ ਅਕਾਲੀ ਕਹਿੰਦੇ ਸੀ, ਨਾ ਕਿ ਜੋ ਅੱਜ ਕੁਝ ਹੋ ਰਿਹਾ, ਜਿਹੜੀ ਸਿੱਖ ਜਗਤ ਜੋ ਮਹਿਸੂਸ ਕਰਦਾ, ਉਹਨਾਂ ਨੂੰ ਆਪਣੇ ਅੰਦਰ ਸੱਚ ਦਿਖਣਾ ਚਾਹੀਦਾ। ਕੋਈ ਸ਼੍ਰੋਮਣੀ ਅਕਾਲੀ ਦਲ ਕੋਈ ਵਿਅਕਤੀ ਨਹੀਂ ਹੈਗਾ, ਇਹ ਇੱਕ ਜਿਹੜੀ ਇਹ ਸੋਚ ਹੈ, ਧਰਮ ਦਾ ਪਹਿਰੇਦਾਰ ਹੈ ਜਿਹੜਾ। ਉਹ ਜੇ ਉਹ ਪਹਿਰੇਦਾਰੀ ਜਿਹੜਾ ਬੰਦਾ ਕਰ ਰਿਹਾ ਤੇ ਉਹੀ ਬੰਦਾ ਸਿੱਖਾਂ ਨੂੰ ਪ੍ਰਵਾਨ ਹੋਏਗਾ। ਸਮਾਂ ਕੱਢਿਆ, ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਗੱਲਬਾਤ ਤੁਸੀਂ ਜੋ ਸੁਣੀ ਹੈ, ਕੌਮੀ ਘੱਟ ਗਿਣਤੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਹੋਰਾਂ ਦੀ ਜ਼ਬਾਨੀ, ਬਹੁਤ ਸਾਰੇ ਕਈ ਵੱਡੇ ਦਾਅਵੇ ਵੀ ਇਹਨਾਂ ਦੇ ਵੱਲੋਂ ਜਿਹੜੇ ਆ ਉਹ ਕੀਤੇ ਗਏ ਆ, ਔਰ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ ਬੀਜੇਪੀ ਦੀ ਸੋਚ ਵੀ ਇਹਨਾਂ ਨੇ ਦੱਸੀ ਹੈ, ਔਰ ਇਹ ਵੀ ਦਾਅਵਾ ਕੀਤਾ ਕਿ 13 ਦੀਆਂ 13 ਸੀਟਾਂ 2024 ਦੀ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਜਿੱਤੇਗੀ। ਪਰ ਇਸ ਦੀ ਗਵਾਹੀ ਜਾਮਣੀ ਲੋਕ ਜਿਹੜੇ ਆ ਉਹ ਵੋਟ ਦੇ ਕੇ ਭਰਨਗੇ। ਅਗਲੇ ਪ੍ਰੋਗਰਾਮ 'ਚ ਕਿਸੇ ਹੋਰ ਸ਼ਖਸੀਅਤ ਨਾਲ, ਕਿਸੇ ਹੋਰ ਚਿਹਰੇ ਨਾਲ ਰੂਬਰੂ ਹੋਵਾਂਗੇ, ਸੰਵਾਦ ਰਚਾਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।